जंतर मंतर ते धरना, अखां 'च हंझू। सवाल केवल खेडां नाल जुड़िया नहीं है, सवाल साडियां महिलावां दा जिन्हां ने देश का नाम उच्चा किया, क्यों उन्हां दी अखां 'च हंझू है। 45 कंप्लेंट्स स्पोर्ट्स अथॉरिटी ऑफ इंडिया ਤੇ ਸੈਕਸ਼ੂਅਲ ਹੈਰੈਸਮੈਂਟ ਦੀਆਂ ਦਰਜ ਹੋਈਆਂ ਸੀ, ਜਿੱਦੇ ਵਿੱਚ 29 ਜਿਹੜੀਆਂ ਸੀਗੀਆਂ ਉਹ ਕੋਚਿਸ ਦੇ ਖਿਲਾਫ ਸੀਗੀਆਂ। ਤੇ ਹੁਣ ਸਾਡੇ ਕੋਲ ਇੱਕ ਪੁਰਸ਼ ਹੈ ਜੋ ਕੋਚ ਹੈ, ਜਿਹਦੇ ਕੋਲ ਪਾਵਰ ਹੈ, ਜਿਹਦੇ ਕੋਲ ਅਥਾਰਟੀ ਹੈ, ਐਂਡ ਜੋ ਆਪਣੀ ਸਤਾਤਮਕ ਸੋਚ ਕੁੜੀ ਦੇ ਉੱਤੇ ਰੱਖ ਕੇ ਉਹਦਾ ਸ਼ੋਸ਼ਣ ਕਰ ਰਿਹਾ ਹੈ। तो ये चीज़ां कोई नवीं नहीं हैं, पर जिस तरीके खिमा करियो मीडिया वालों ते जिस तरीके मर्द प्रधान समाज वालों इनू हमेशा ही दबिया गया, हमेशा ही कसूरवार औरत ठहराई गई। कोई भी औरत किसी भी थाई इस पूरी धरती विच इत्थों तक कि अपने घर दे पिछवाड़े विच भी सुरक्षित नहीं, भुख विच सुरक्षित नहीं, जम्मण तो बाद सुरक्षित नहीं, किसी कामकार दे थाई सुरक्षित नहीं। जिस तरीके नाल जिहड़ा जंतर मंतर ते धरना दिता गया, जिद्दां डॉक्टर ज्योति सेठ ने कहा कि कोई कुड़ी छेती किते चाहुंदी नहीं होएगी कि उस दे बारे च कोई गल्लां कीतियां जाण। आखिर किहो जिहियां मजबूरियां है कि जिहड़ियां रैसलर जिन्हां ने दुनिया 'च अपना नां कमाया, उन्हां नूं जंतर मंतर दे हंझू बहाउने पै रहे हैं। ਅਸੀਂ ਇਹਨੂੰ ਇੱਕ ਆਮ ਡਿਬੇਟ ਕਿਉਂ ਨਹੀਂ ਬਣਾਉਂਦੇ, ਤਾਂ ਕਿ ਇੱਕ ਪ੍ਰੀਕਾਸ਼ਨਸ ਵੀ ਹੋਣੀਆਂ ਚਾਹੀਦੀਆਂ, ਤਾਂ ਕਿ ਅਸੀਂ ਆਪਣੇ ਬੱਚਿਆਂ ਨੂੰ, ਆਪਣੀਆਂ ਬੇਟੀਆਂ ਨੂੰ ਥੋੜਾ ਅਗਾਹ ਕਰ ਸਕੀਏ, ਉਹਨਾਂ ਨੂੰ ਕੁਝ ਗਾਈਡ ਕਰ ਸਕੀਏ। ਉਹਨਾਂ ਦੇ ਅੰਦਰ ਇੱਕ ਡਰ ਹੈ, ਲੜਕੀਆਂ ਦੇ ਅੰਦਰ, ਕਿ ਸਾਡੀ ਗੱਲ ਨੂੰ ਕਿਸੇ ਨੇ ਸੀਰੀਅਸਲੀ ਲੈਣਾ ਹੀ ਨਹੀਂ। ਇਸ ਕਰਕੇ 90% ਬੱਚੀਆਂ ਜਿਹੜੀਆਂ ਉਹ ਚੁੱਪ ਰਹਿੰਦੀਆਂ। ਇਹਨਾਂ ਜਿੰਨਾ ਵੀ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਹੈ, ਬੱਚੇ ਸ਼ਿਕਾਇਤ ਕਰਦੇ ਆ, ਉਹਨਾਂ ਨੂੰ ਸੀਰੀਅਸਲੀ ਸੁਣਿਆ ਜਾਏ, ਉਹਨਾਂ ਤੇ ਐਕਸ਼ਨ ਲਿਆ ਜਾਏ, ਹਾਦਸਿਆਂ ਦੀ ਵੇਟ ਨਾ ਕੀਤੀ ਜਾਏ। ਤੇ ਜਦ ਤੱਕ ਤੁਸੀਂ ਕੋਈ ਸਖਤ ਸਜ਼ਾਵਾਂ ਜਾਂ ਇਦਾਂ ਦੀ ਪਹਿਰੇਦਾਰੀ ਨਹੀਂ ਕਰੋਗੇ, ਇਹ ਮੰਦਭਾਗੀਆਂ ਘਟਨਾਵਾਂ ਵਾਪਰਦੀਆਂ ਰਹਿਣਗੀਆਂ। मीडिया ਨੂੰ ਕਸੂਰਵਾਰ ਠਹਿਰਾਉਣ ਤੋਂ ਪਹਿਲਾਂ ਜਾਂ ਸਰਕਾਰਾਂ ਤੇ ਉਂਗਲ ਚੁੱਕਣ ਤੋਂ ਪਹਿਲਾਂ ਮੈਂ ਚਾਹੁੰਦੀ ਹਾਂ ਹਰ ਇੱਕ ਜਣਾ ਆਪਣੇ ਅੰਦਰ ਝਾਤ ਮਾਰੇ ਕਿ ਉਹਦਾ ਕਸੂਰ ਹੈ ਜਾਂ ਨਹੀਂ। ਜੋ ਚਾਹੁੰਦਾ ਹੈ ਆਪਣੀ ਧੀ ਸੁਰੱਖਿਅਤ ਰਵੇ, ਕਿਸੇ ਹੋਰ ਦਾ ਪੁੱਤਰ ਨਾ ਉਹਦੇ ਉੱਤੇ ਵਾਰ ਕਰੇ, ਤਾਂ ਉਹਦਾ ਮਤਲਬ ਹੈ ਉਹਨੂੰ ਆਪਣੇ ਪੁੱਤਰ ਨੂੰ ਸਿਖਾਉਣਾ ਪਏਗਾ ਕਿ ਕਿਵੇਂ ਧੀ ਦੀ ਇੱਜ਼ਤ ਕਰੀਦੀ ਹੈ। ਜਿਹੜੇ ਕੋਚਿਸ ਨੇ ਔਰ ਜਿਹੜੇ ਵੀ ਸਾਰੇ ਐਡਮਿਨਿਸਟ੍ਰੇਟਿਵ ਮੁਲਾਜ਼ਮ ਹੈ, ਜਿਹੜੇ ਸਪੋਰਟ ਸਟਾਫ ਹੈ, ਉਹਨਾਂ ਦੀ ਜੈਂਡਰ ਸੈਂਸਿਟਾਈਜੇਸ਼ਨ ਦੀ ਟ੍ਰੇਨਿੰਗ ਤੇ ਪੋਸ਼ ਐਕਟ ਦੀ ਟ੍ਰੇਨਿੰਗ ਜ਼ਰੂਰੀ ਹੈ ਔਰ ਲਗਾਤਾਰ ਹੋਣੀ ਚਾਹੀਦੀ ਹੈ। ਅਜੇ ਤੱਕ ਨੈਸ਼ਨਲ ਲੈਵਲ, ਸਟੇਟ ਲੈਵਲ, ਡਿਸਟ੍ਰਿਕਟ ਲੈਵਲ, ਸਕੂਲ ਲੈਵਲ ਤੇ ਸਾਈਕੋਲੋਜਿਸਟ ਕਦੀ ਵੀ ਕਿਸੇ ਬੱਚੇ ਨੂੰ ਗਾਈਡ ਨਹੀਂ ਕਰਦੇ, ਕਿਉਂਕਿ ਇਹ ਫੈਸਿਲਿਟੀ ਨਹੀਂ ਹੈ। ਮੈਂ ਤਾਂ ਕਹਿੰਦੀ ਹਾਂ ਸਪੋਰਟਸ ਦੇ ਵਿੱਚ ਪੋਲੀਟੀਕਲ ਇੰਟਰਫੇਰੈਂਸ ਹੋਣੀ ਹੀ ਨਹੀਂ ਚਾਹੀਦੀ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਸਾਨੂੰ ਪ੍ਰਾਈਮ ਮਿਨਿਸਟਰ, ਸਾਨੂੰ ਹੋਮ ਮਿਨਿਸਟਰ ਸਮਾਂ ਦੇਵੇ, ਅਸੀਂ ਫੇਸ ਟੂ ਫੇਸ ਜਿਹੜਾ ਹੈਗਾ ਸਾਰੇ ਫੈਕਟਸ ਕਿਹੜੀਆਂ ਕਿਹੜੀਆਂ ਕੁੜੀਆਂ ਨਾਲ ਜ਼ਿਆਦਤੀਆਂ ਹੋਈਆਂ ਉਹ ਸਾਹਮਣੇ ਰੱਖਾਂਗੇ। ਅਗਰ ਬੱਚੇ ਜਾਣਾ ਚਾਹੁੰਦੇ ਉਹਨਾਂ ਨੂੰ ਜ਼ਰੂਰ ਜਾਣਾ ਚਾਹੀਦਾ ਹੈ। ਸਰਕਾਰ ਨੂੰ ਪਤਾ ਲੱਗੇ ਕਿ ਉਹਨਾਂ ਦੇ ਨੀਚੇ ਕੰਮ ਕਰਨ ਵਾਲੇ ਨੀਚੇ ਕੀ ਹੋ ਰਿਹਾ ਹੈ। ਆਪਣੇ ਹਰ ਪ੍ਰਸ਼ਨ ਦਾ, ਆਪਣੇ ਹਰ ਸਵਾਲ ਦਾ ਜਵਾਬ ਜਿਹੜਾ ਉਹ ਸਰਕਾਰ ਕੋਲੋਂ ਲੈਣਾ ਚਾਹੀਦਾ ਹੈ। ਸਰਕਾਰ ਨੂੰ ਵੀ ਦੇਣਾ ਚਾਹੀਦਾ ਇਹਨਾਂ ਗੱਲਾਂ ਦਾ ਜਵਾਬ, ਤਾਂ ਹੀ ਸਰਕਾਰ ਥੋੜੀ ਸਟ੍ਰਿਕਟ ਹੋਏਗੀ। ਅਦਰਵਾਈਜ਼ ਤਾਂ ਕੋਈ ਫਾਇਦਾ ਨਹੀਂ ਹੈ ਕਿ ਧਰਨੇ ਤੇ ਬੈਠ ਗਏ ਫਿਰ ਉੱਠ ਗਏ ਕੰਪਰੋਮਾਈਜ਼ ਕਰਕੇ, ਨੋ ਯੂਜ਼। ਉਹਦੀ ਆਈਡੈਂਟੀਟੀ ਫਾਰਮੇਸ਼ਨ ਤਦ ਹੀ ਪਾਵਰਫੁਲ ਹੋਏਗੀ ਜਦ ਉਹਦੇ ਕੋਲ ਆਪਣੀ ਆਰਥਿਕ ਰਿਸੋਰਸਸ ਹੋਣਗੇ, ਪੋਲੀਟੀਕਲ ਪਾਵਰ ਹੋਏਗੀ, ਤਾਂ ਹੀ ਲੋਕੀ ਉਹਨੂੰ ਸੁਣਨਗੇ। ਖਿਮਾ ਕਰਿਓ, ਭਾਵੇਂ ਉਹਨੂੰ ਕਿੰਨੀ ਵੀ ਤਗੜੀ ਪਾਵਰ ਦੇ ਦਿੱਤੀ ਜਾਵੇ, ਉਹ ਫਿਰ ਉਸੇ ਅਧੀਨਗੀ ਦੇ ਹੇਠ ਹੀ ਦੱਬੀ ਰਹਿ ਜਾਏਗੀ, ਕਿਉਂਕਿ ਕਿਤੇ ਨਾ ਕਿਤੇ ਮਾਨਸਿਕ ਪੱਖੋਂ ਕਮਜ਼ੋਰ ਹੈ। ਜਦ ਅਸੀਂ ਇਕੱਠੇ ਕੰਮ ਕਰਾਂਗੇ, ਸੈਂਸਿਟਿਵ ਹੋ ਕੇ, ਇੱਕ ਦੂਸਰੇ ਨੂੰ ਇੱਕ ਸਮਾਨ ਸਮਝ ਕੇ, ਤਾਂ ਹੀ ਇੱਕ ਸਾਡਾ ਇੱਕ ਪੀਸਫੁਲ ਤੇ ਪ੍ਰੋਗਰੈਸਿਵ ਸਮਾਜ ਬਣੇਗਾ। ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਜਿਨਸੀ ਸ਼ੋਸ਼ਣ ਕੌਣ ਹੈ ਜ਼ਿੰਮੇਵਾਰ? ਸਰਕਾਰਾਂ
ਜਾਂ ਸਮਾਜ, ਮਾਮਲਾ ਉਸ ਵੇਲੇ ਕਿੰਨਾ ਸੰਜੀਦਾ ਹੋਏਗਾ ਜਦੋਂ ਇਸ ਦੇਸ਼ ਦੀਆਂ ਉਹ ਮਹਿਲਾ ਰੈਸਲਰਸ ਜਿਨ੍ਹਾਂ ਨੇ ਕੌਮੀ ਪੱਧਰ 'ਤੇ ਕੌਮਾਂਤਰੀ ਪੱਧਰ 'ਤੇ ਆਪਣਾ ਸਿਰ ਤਾਂ ਉੱਚਾ ਕੀਤਾ ਹੀ, ਉਹਨਾਂ ਦੇ ਤਗਮਿਆਂ ਨਾਲ ਅਤੇ ਉਹਨਾਂ ਦੀਆਂ ਪ੍ਰਾਪਤੀਆਂ ਨਾਲ ਅਸੀਂ ਵੀ ਸਾਰਿਆਂ ਨੇ, ਸਾਡੇ ਦੇਸ਼ ਨੇ ਵੀ ਸਿਰ ਉੱਚਾ ਕਰਕੇ ਦੇਖਿਆ ਉਹਨਾਂ ਵੱਲ। ਅਤੇ ਹੁਣ ਜਦੋਂ ਜੰਤਰ ਮੰਤਰ 'ਤੇ ਉਹ ਧਰਨੇ 'ਤੇ ਬੈਠੀਆਂ ਅਤੇ ਉਹਨਾਂ ਦੀਆਂ ਅੱਖਾਂ 'ਚੋਂ ਹੰਝੂ ਕਰ ਰਹੇ ਹੈ, ਉਹਨਾਂ ਦੇ ਸਿਰ ਤਾਂ ਨੀਵੇਂ ਹੋਈ ਹੈ, ਸਾਡੇ ਵੀ ਸਿਰ ਨੀਵੇਂ ਹੁੰਦੇ ਨਜ਼ਰ ਆ ਰਹੇ ਹੈ। ਕੌਣ ਸਹੀ ਹੈ, ਕੌਣ ਗਲਤ ਹੈ, ਇਹਨਾਂ ਮੁੱਦਿਆਂ ਦਾ ਕਿਧਰੇ ਨਾ ਕਿਧਰੇ ਨਿਤਾਰਾ ਸਮੇਂ ਦੀ ਮੰਗ ਹੈ। ਗੱਲ ਕੇਵਲ ਇੰਨੀ ਨਹੀਂ ਹੈ, ਜੇ ਦਿੱਲੀ ਦੀ ਜਿਹੜੀ ਮਹਿਲਾ ਕਮਿਸ਼ਨ ਦੀ ਜਿਹੜੀ ਚੇਅਰਪਰਸਨ ਹੈ ਸਵਾਤੀ, ਜੇ ਉਸ ਨਾਲ ਵੀ ਇਹੋ ਜਿਹਾ ਵਰਤਾਰਾ ਹੋਵੇ, ਛੇੜਛਾੜ ਦਾ FIR ਦਰਜ ਕਰਾਉਣੀ ਪਏ, ਤਾਂ ਇਸ ਮੁਲਕ ਦੇ ਅੰਦਰ, ਇਸ ਦੇਸ਼ ਦੇ ਅੰਦਰ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਹੋ ਜਿਹੀ ਸਥਿਤੀ 'ਚੋਂ ਗੁਜ਼ਰ ਰਹੇ ਹੈ, ਜਿਹੜੇ ਅਸੀਂ ਆਪਣੇ ਆਪ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਬਹੁਤ ਵੱਡੇ ਦਾਅਵੇਦਾਰੀਆਂ ਕਰਦੇ ਹਾਂ। ਇਹਨਾਂ ਮੁੱਦਿਆਂ 'ਤੇ ਮੇਰੇ ਨਾਲ ਪੈਨਲ ਚਰਚਾ ਸਾਡੇ ਜਿਹੜੇ ਵੱਖ-ਵੱਖ ਖੇਤਰਾਂ ਦੇ ਜੁੜੇ ਹੋਏ ਅਹਿਮ ਮਹਿਮਾਨ ਮੇਰੀ ਬੇਨਤੀ ਪ੍ਰਵਾਨ ਕਰਕੇ ਆਏ ਹੈ, ਜਿਨ੍ਹਾਂ ਡਾਕਟਰ ਜੋਤੀ ਸੇਠ ਨੇ, ਸਮਾਜਿਕ ਵਿਗਿਆਨ ਉਹਨਾਂ ਦਾ ਪੰਜਾਬ ਯੂਨੀਵਰਸਿਟੀ, ਇਸੇ ਤਰੀਕੇ ਨਾਲ ਡਾਕਟਰ ਵਿਸ਼ੇ ਮੋਹਨੀ ਪੰਜਾਬ ਯੂਨੀਵਰਸਿਟੀ ਨਾਲ ਸੰਬੰਧ ਰੱਖਦੇ ਹੈ, ਡਾਕਟਰ ਸਿੰਦਰ ਕੌਰ ਸਮਾਜ ਸੇਵੀ ਜਾਣਾ ਪਛਾਣਾ ਚਿਹਰਾ ਸਭ ਦਾ, ਇੰਜੀ ਰਾਜਵਿੰਦਰ ਕੌਰ ਆਮ ਆਦਮੀ ਪਾਰਟੀ ਦੇ ਬੁਲਾਰੇ ਹੈ, ਪਰ ਸਮਾਜਿਕ ਪ੍ਰਸਥਿਤੀਆਂ ਦੇ ਮੱਦੇਨਜ਼ਰ ਸਮਾਜਿਕ ਮੁੱਦਿਆਂ 'ਤੇ ਸਾਡੇ ਨਾਲ ਜੁੜੇ ਹੈ। ਸਾਰੇ ਮਹਿਮਾਨਾਂ ਦਾ ਆਪਣੇ ਆਪਣੇ ਖੇਤਰ ਦੇ ਵਿੱਚ ਇੱਕ ਵੱਡਾ ਤਜਰਬਾ ਹੈ। ਮੈਂ ਦਰਸ਼ਕਾਂ ਦੇ ਧਿਆਨ 'ਚ ਲਿਆਉਣਾ ਚਾਹੁੰਦਾ ਕਿ ਸਮਾਂ ਕੱਢ ਕੇ ਸਾਰਿਆਂ ਨੇ ਬੇਨਤੀ ਪ੍ਰਵਾਨ ਕਰਕੇ ਬਗੈਰ ਰਾਜਸੀ ਮਤਭੇਦਾਂ ਦੇ, ਬਗੈਰ ਲਕੀਰਾਂ ਖਿੱਚੇ ਇਹਨਾਂ ਮੁੱਦਿਆਂ 'ਤੇ ਸਾਡੇ ਨਾਲ ਜੁੜੇ ਹੈ। ਸਾਰਿਆਂ ਦਾ ਧੰਨਵਾਦ। ਡਾਕਟਰ ਜੋਤੀ ਸੇਠ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ। ਜਿਸ ਮੁੱਦੇ ਦੀ ਆਪਾਂ ਗੱਲ ਕਰ ਰਹੇ ਹਾਂ, ਜੇ ਆਪਾਂ ਗੱਲ ਜਿਹੜੀ ਹੈਗੀ ਜਿਹੜੀ ਮਹਿਲਾ ਰੈਸਲਰਸ ਉਹਨਾਂ ਤੋਂ ਹੀ ਸ਼ੁਰੂ ਕਰੀਏ, ਜੰਤਰ ਮੰਤਰ 'ਤੇ ਧਰਨਾ, ਅੱਖਾਂ 'ਚ ਹੰਝੂ, ਸਵਾਲ ਕੇਵਲ ਖੇਡਾਂ ਨਾਲ ਜੁੜਿਆ ਨਹੀਂ ਹੈ, ਸਵਾਲ ਸਾਡੀਆਂ ਮਹਿਲਾਵਾਂ ਦਾ ਜਿਨ੍ਹਾਂ ਨੇ ਦੇਸ਼ ਦਾ ਨਾਂ ਉੱਚਾ ਕੀਤਾ, ਕਿਉਂ ਉਹਨਾਂ ਦੀਆਂ ਅੱਖਾਂ 'ਚ ਹੰਝੂ ਹੈ। ਡਾਕਟਰ ਜੋਤੀ ਸੇਠ, ਸਮਾਜਿਕ ਤੌਰ 'ਤੇ ਤੁਸੀਂ ਸਮਾਜ ਨੂੰ ਬੜਾ ਨੇੜਿਓਂ ਦੇਖਦੇ ਹੋ, ਬੜਾ ਤਜਰਬਾ ਹੈ ਤੁਹਾਡਾ ਜਾਣਨ ਦਾ, ਵਾਚਨ ਦਾ, ਕੀ ਵਰਤਾਰਾ ਇਹ? ਇਹ ਬੜੀ ਦਰਦਨਾਕ ਖਬਰ ਹੈ ਤੇ ਅਸੀਂ ਸਾਰੇ ਇਹਨੂੰ ਫੋਲੋ ਕਰ ਰਹੇ ਹਾਂ। ਪਹਿਲੀ ਗੱਲ ਹੈ ਕਿ ਇੰਨੇ ਵੱਡੇ ਸਤਰ ਤੇ ਸਪੋਰਟਸ ਵਿਮਨ ਇਕੱਠੀਆਂ ਹੋਈਆਂ ਨੇ ਜੰਤਰ ਮੰਤਰ, ਇਹਦਾ ਮਤਲਬ ਹੈ ਕਿ ਮੁੱਦਾ ਬਹੁਤ ਗੰਭੀਰ ਹੈ ਤੇ ਸਾਨੂੰ ਇਹਨੂੰ ਬਹੁਤ ਸੀਰੀਅਸਲੀ ਲੈਣਾ ਚਾਹੀਦਾ ਹੈ। ਮੁੱਦੇ ਕਈ ਉੱਠੇ ਨੇ, ਕਈ ਵਾਰ ਉੱਠੇ ਨੇ, ਲੇਕਿਨ ਇਸ ਸਤਰ ਤੇ ਜਦ ਸਾਡੇ ਸੀਨੀਅਰ ਐਥਲੀਟਸ ਇਹਨਾਂ ਨਾਲ ਜੁੜੇ ਨੇ, ਉਹਨਾਂ ਨੇ ਇਸ ਮੁੱਦੇ ਨੂੰ ਲੈ ਕੇ ਅੱਗੇ ਆਏ ਨੇ, ਕਿਉਂਕਿ ਇਹ ਜੂਨੀਅਰ ਐਥਲੀਟਸ ਕਈ ਵਾਰੀ ਕਈ ਕਾਰਨਾਂ ਲਈ ਅੱਗੇ ਆਉਂਦੇ ਨਹੀਂ ਨੇ। ਤੇ ਹੁਣ ਸਾਨੂੰ ਇਹ ਸਪਸ਼ਟ ਹੋ ਰਿਹਾ ਹੈ ਕਿ ਇਹ ਬਹੁਤ ਜ਼ਿਆਦਾ ਡੀਪ ਰੂਟਡ ਸਮੱਸਿਆ ਹੈ। ਤੁਸੀਂ ਆંકੜੇ ਵੀ ਦੇਖੇ ਹੋਣੇ ਹੈ ਕਿ 2010 ਤੋਂ ਲੈ ਕੇ 2020 ਤੱਕ 45 ਕੰਪਲੇਂਟਸ ਸਪੋਰਟਸ ਅਥਾਰਟੀ ਆਫ ਇੰਡੀਆ ਤੇ ਸੈਕਸ਼ੂਅਲ ਹੈਰੈਸਮੈਂਟ ਦੀਆਂ ਦਰਜ ਹੋਈਆਂ ਸੀ, ਜਿਦੇ ਵਿੱਚ 29 ਜਿਹੜੀਆਂ ਸੀਗੀਆਂ ਉਹ ਕੋਚਿਸ ਦੇ ਖਿਲਾਫ ਸੀਗੀਆਂ। ਹੁਣ ਕੋਚ ਕੌਣ ਹੈ? ਕੋਚ ਸਿਰਫ ਕੋਚ ਨਹੀਂ ਹੈ, ਕੋਚ ਇੱਕ ਮੈਂਟਰ ਹੈ, ਉਹ ਇੱਕ ਗੁਰੂ ਦੇ ਤਰ੍ਹਾਂ ਦੇਖਿਆ ਜਾਂਦਾ ਹੈ। ਨਾਲੇ ਉਮਰ ਉਹ ਨੌਲੇਜੇਬਲ ਹੈ, ਜਿਹੜੀ ਐਥਲੀਟ ਹੈ ਉਹ ਉਹਦੀ ਸਟੂਡੈਂਟ ਹੈ, ਉਹਦੇ ਥੱਲੇ ਆਂਦੀ ਹੈ। ਇਹ ਮੰਨਿਆ ਜਾਂਦਾ ਹੈ ਕਿ ਜਿਹੜਾ ਸਟੂਡੈਂਟ ਹੈ, ਜਿਹੜਾ ਜਾਂ ਸਿੱਖ ਰਿਹਾ ਹੈ, ਉਹਨੂੰ ਨੌਲੇਜ ਵੀ ਕਮ ਹੈ, ਘੱਟ ਹੈਗੀ ਹੈ, ਤੇ ਉਹ ਕਿਉਂਕਿ ਉਹ ਸਿੱਖ ਰਿਹਾ ਹੈ, ਉਹਨੂੰ ਇੰਨਾ ਤਜਰਬਾ ਨਹੀਂ ਹੈ, ਉਹ ਕੋਚ ਦੀ ਹਰ ਗੱਲ ਮੰਨੇ। ਹੁਣ ਕੋਚ ਪੋਜੀਸ਼ਨ ਆਫ ਪਾਵਰ ਵਿੱਚ ਹੈ, ਉਹ ਪੁਰਸ਼ ਵੀ ਹੈ। ਕੁੜੀ ਸਪੋਰਟਸ ਤਾਂ ਆ ਗਈ, ਲੇਕਿਨ ਉਹ ਹੈ ਤਾਂ ਕੁੜੀ। ਤੇ ਹੁਣ ਸਾਡੇ ਕੋਲ ਇੱਕ ਪੁਰਸ਼ ਹੈ ਜੋ ਕੋਚ ਹੈ, ਜਿਹਦੇ ਕੋਲ ਪਾਵਰ ਹੈ, ਜਿਹਦੇ ਕੋਲ ਅਥਾਰਟੀ ਹੈ, ਐਂਡ ਜੋ ਆਪਣੀ ਸਤਾਤਮਕ ਸੋਚ ਕੁੜੀ ਦੇ ਉੱਤੇ ਰੱਖ ਕੇ ਉਹਦਾ ਸ਼ੋਸ਼ਣ ਕਰ ਰਿਹਾ ਹੈ। ਤੇ ਇਹ ਰੂਜ਼ ਹੈ ਸੈਕਸ਼ੂਅਲ ਹੈਰੈਸਮੈਂਟ ਦੀ, ਤੇ ਸਾਨੂੰ ਦਿਖ ਰਿਹਾ ਹੈ ਕਿ ਇਹ ਬਹੁਤ ਜ਼ਿਆਦਾ ਪ੍ਰਚਲਿਤ ਹੈ। ਐਂਡ ਜਿਹੜੀ ਕੁੜੀਆਂ ਹੈ ਉਹ 100 ਵਾਰੀ 1000 ਵਾਰ ਸੋਚਦੀਆਂ ਕੰਪਲੇਂਟ ਕਰਾਉਣ ਤੋਂ ਪਹਿਲੇ।
ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦਾ ਕੈਰੀਅਰ ਵੀ ਇਫੈਕਟ ਹੋ ਸਕਦਾ ਹੈ, ਉਹਨਾਂ ਦੀ ਸਾਰੀ ਜ਼ਿੰਦਗੀ ਦੀ ਕੀਤੀ ਹੋਈ ਮਿਹਨਤ ਇਫੈਕਟ ਹੋ ਸਕਦੀ ਹੈ। ਤੇ ਇਹਨੂੰ ਅਸੀਂ ਪੂਰੀ ਇੱਕ ਸਮਝ ਨਾਲ ਅੱਗੇ ਲੈ ਕੇ ਚੱਲੀਏ ਤਾਂ ਜਗਤਾਰ ਜੀ ਵਿਲ ਬੀ ਏਬਲ ਟੂ ਅੰਡਰਸਟੈਂਡ ਕਿ ਐਕਚੁਅਲੀ ਕੀ ਹੈਗਾ ਔਰ ਕਿਉਂ ਹੋ ਰਿਹਾ ਹੈ। ਜੀ ਬਿਲਕੁਲ ਡਾਕਟਰ ਸਾਹਿਬ, ਫੇਰ ਆਵਾਂਗੇ। ਡਾਕਟਰ ਸਿੰਦਰ, ਤੁਹਾਡਾ ਵੀ ਬਹੁਤ ਵੱਡਾ ਤਜਰਬਾ ਹੈ ਸਮਾਜਿਕ ਤੌਰ ਤੇ ਵੀ, ਤੇ ਜੇ ਆਪਾਂ ਦੇਖੀਏ ਤਾਂ ਲਿਖਤਾਂ ਦੇ ਵਿੱਚ ਵੀ ਤੁਸੀਂ ਬਹੁਤ ਵੱਡੇ ਮੁੱਦਿਆਂ ਤੇ ਹਮੇਸ਼ਾ ਜ਼ਿਕਰ ਕੀਤਾ ਹੈ। ਵਾਹ ਪਿਆ ਤੁਹਾਡਾ। ਕਿਵੇਂ ਦੇਖਦੇ ਹੋ ਇਸ ਮੁੱਦੇ ਤੇ ਜਿੱਥੇ ਆ ਕੇ ਗੱਲ ਡਾਕਟਰ ਜੋਤੀ ਸੇਠ ਨੇ ਲਿਆਂਦੀ ਹੈ? ਕੁਝ ਚੀਜ਼ਾਂ ਜ਼ਰੂਰ ਸਾਂਝੀਆਂ ਕਰਦੇ ਹਾਂ, ਸ਼ਾਇਦ ਆਮ ਲੋਕਾਂ ਨੂੰ ਜਾਪਦਾ ਹੋਵੇ ਅੱਜ ਦੀ ਗੱਲ ਹੈ। ਮੈਂ ਸਵਿਟਜ਼ਰਲੈਂਡ ਵਿੱਚ ਆਪਣੇ ਅੱਖੀਂ ਦੇਖ ਕੇ ਆਈ ਹਾਂ ਕਿ ਜਿੱਥੇ ਆਖਰੀ ਚੁੜੇਲ ਉਹਨਾਂ ਨੇ ਫਾਂਸੀ ਦੇ ਵਿੱਚ ਫਾਂਸੀ ਦਿੱਤੀ ਸੀ ਸਿਰਫ ਇਸ ਕਾਰਨ ਕਿ ਉਹਨੇ ਹੱਕ ਵਿੱਚ ਇਹ ਆਵਾਜ਼ ਚੁੱਕੀ ਸੀ ਕਿ ਮੇਰੇ ਨਾਲ ਜਿਨਸੀ ਛੇੜਛਾੜ ਹੋਈ ਹੈ। ਸੋ ਕਾਰਨ ਇਹ ਕਿ ਇਹ ਚੀਜ਼ ਆਪਾਂ ਨੂੰ ਸ਼ਾਇਦ ਜਾਪਦਾ ਹੋਏ ਅੱਜ ਤੋਂ ਹੈ। ਸਾਡੇ ਕੋਲ ਜਿਹੜੀ ਓਲਡੈਸਟ ਰਿਕਾਰਡ ਹੈਗਾ ਜੇ ਉਹਦੇ ਵਿੱਚ 9ਵੀਂ ਸਦੀ ਤੋਂ ਔਰਤਾਂ ਨਾਲ ਹੁੰਦੇ ਇਸ ਤਰੀਕੇ ਦੇ ਜਿਨਸੀ ਸ਼ੋਸ਼ਣ ਦਾ ਜ਼ਿਕਰ ਮਿਲਦਾ ਜੀ, ਜਿਸ ਵਿੱਚ ਉਸ ਤੋਂ ਵੀ ਪਹਿਲਾਂ ਜਾਈਏ ਤਾਂ ਕਬੀਲਿਆਂ ਦੇ ਵਿੱਚ ਜਦੋਂ ਔਰਤਾਂ ਸਨ, ਜਿਸ ਤਰੀਕੇ ਉਦੋਂ ਵੀ ਔਰਤਾਂ ਚੁੱਕੀਆਂ ਜਾਂਦੀਆਂ ਰਹੀਆਂ ਸਨ, ਜਿਸ ਤਰੀਕੇ ਉਹਨਾਂ ਦਾ ਸ਼ੋਸ਼ਣ ਹੁੰਦਾ ਸੀ, ਆਵਾਜ਼ ਕੱਢਣ ਦੀ ਹੀ ਸਿਰਫ ਇਹਨਾਂ ਨੂੰ ਕੋਈ ਤਾਕਤ ਜ਼ਰੂਰਤ ਦਿੱਤੀ ਨਹੀਂ ਸੀ ਗਈ, ਵਰਨਾ ਇਹ ਚੀਜ਼ ਕਦੇ ਵੀ ਕਿਸੇ ਵੀ ਥਾਈਂ ਰੁਕੀ ਨਹੀਂ। ਪਹਿਲੀ ਵਾਰ ਸ਼ੁਰੂ ਹੋਇਆ ਜਦੋਂ ਮੀ ਟੂ ਦੇ ਅਧੀਨ, ਕਿ ਜਦੋਂ ਆਵਾਜ਼ ਔਰਤ ਨੇ ਕੱਢਣੀ ਸਿੱਖੀ ਜਾਂ ਫਿਰ ਨਿਰਵਸਤਰ ਹੋ ਕੇ ਉਤਰੀਆਂ ਸਨ ਆਪਣੇ ਹੱਕਾਂ ਲਈ ਕਿ ਮੈਂ ਵੋਟ ਪਾਉਣੀ, ਜੇ ਉਦੋਂ ਵੀ ਇਹਨਾਂ ਨੇ ਇਹੋ ਕੁਝ ਦਿਖਾਇਆ। ਜਾਂ ਫਿਰ ਸ਼ਾਇਦ ਕੋਈ ਭੁੱਲਿਆ ਨਹੀਂ ਹੋਣਾ ਜਿਸ ਤਰੀਕੇ ਭਾਰਤੀ ਸੈਨਾ ਨੇ ਜੋ ਥੰਗ ਜਾਂ ਮਨੋਰਮਾ ਨਾਲ ਕੀਤਾ ਸੀ, ਜਿਸ ਤਰੀਕੇ ਉਦੋਂ ਵੀ ਕਿਹਾ ਸੀ ਆਓ ਨਿਰਲੱਜ ਹਿੰਦੁਸਤਾਨੀਓ ਸਾਨੂੰ ਵੀ ਸਾਡਾ ਵੀ ਬਲਾਤਕਾਰ ਕਰੋ। ਸੋ ਇਹ ਚੀਜ਼ਾਂ ਕੋਈ ਨਵੀਆਂ ਨਹੀਂ ਹਨ, ਪਰ ਜਿਸ ਤਰੀਕੇ ਖਿਮਾ ਕਰਿਓ ਮੀਡੀਆ ਵੱਲੋਂ ਤੇ ਜਿਸ ਤਰੀਕੇ ਮਰਦ ਪ੍ਰਧਾਨ ਸਮਾਜ ਵੱਲੋਂ ਇਹਨੂੰ ਹਮੇਸ਼ਾ ਹੀ ਦੱਬਿਆ ਗਿਆ, ਹਮੇਸ਼ਾ ਹੀ ਕਸੂਰਵਾਰ ਔਰਤ ਠਹਿਰਾਈ ਗਈ, ਉਹੀ ਕਾਰਨ ਸੀ ਕਿ ਹਰ 3 ਮਿੰਟ ਵਿੱਚ ਅੱਜ ਦੇ ਅੰਕੜੇ ਵੀ ਬੋਲਦੇ ਨੇ ਇੱਕ ਨਾ ਇੱਕ ਔਰਤ ਜਿਸਮਾਨੀ ਸ਼ੋਸ਼ਣ ਦਾ ਸ਼ਿਕਾਰ ਹੋ ਰਹੀ ਹੈ। ਤੇ ਜਿੱਥੋਂ ਤੱਕ UN ਵੂਮਨ ਦੀ ਜੇ ਗੱਲ ਕਰੀਏ ਤਾਂ ਉਹਨਾਂ ਵੱਲੋਂ ਸਖਤ ਇਹ ਹਦਾਇਤ ਹੀ ਇੱਕ ਤਰੀਕੇ ਦਿੱਤੀ ਗਈ ਹੈ ਕਿ ਜੇ ਜੁਰਮ ਔਰਤਾਂ ਦੇ ਖਿਲਾਫ ਹੁੰਦਾ ਰੋਕਣਾ ਜੇ ਤੇ ਉਹਦੇ ਲਈ ਜ਼ਰੂਰੀ ਜੇ ਕਿ ਉਹਨਾਂ ਨੂੰ ਪੋਲੀਟੀਕਲ ਪਾਰਟਿਸਿਪੇਸ਼ਨ ਉਹਨਾਂ ਦੀ ਹੋਵੇ, ਲੀਡਰਸ਼ਿਪ ਦੇ ਵਿੱਚ ਉਹਨਾਂ ਦੀ ਬਰਾਬਰੀ ਹੋਵੇ, ਜੋ ਕਿ ਉਹਨਾਂ ਦੇ ਅਨੁਸਾਰ ਜਿਸ ਤਰੀਕੇ ਦੀ ਅੱਜ ਦੇ ਦਿਨ ਚੱਲ ਰਹੀ ਹੈ, ਉਹਨਾਂ ਨੇ ਕਿਹਾ ਕਿ 130 ਸਾਲ ਲੱਗਣਗੇ ਅਜੇ ਵੀ, ਜੇ ਆਪਾਂ ਸੋਚੀਏ ਕਿ ਅੱਜ ਦੇ ਦਿਨ ਸ਼ੁਰੂ ਕਰੀਏ ਉਹਨਾਂ ਦੀ ਇਕੁਐਲਿਟੀ ਦੀ। ਇਹ ਹਾਲ ਤਾਂ ਉਹ ਦੱਸ ਰਹੇ ਨੇ, ਮੰਨ ਰਹੇ ਨੇ, ਇਹ ਲਿਖਤੀ ਰੂਪ ਵਿੱਚ ਆ ਚੁੱਕਿਆ ਕਿ ਉਹਨਾਂ ਨੇ ਸਪਸ਼ਟ ਕਰ ਦਿੱਤਾ ਹੈ ਬੀਜਿੰਗ ਡੈਕਲੇਰੇਸ਼ਨ ਵਿੱਚ, ਕੋਈ ਵੀ ਔਰਤ ਕਿਸੇ ਵੀ ਥਾਈਂ ਇਸ ਪੂਰੀ ਧਰਤੀ ਵਿੱਚ, ਇੱਥੋਂ ਤੱਕ ਕਿ ਆਪਣੇ ਘਰ ਦੇ ਪਿਛਵਾੜੇ ਵਿੱਚ ਵੀ ਸੁਰੱਖਿਅਤ ਨਹੀਂ, ਭੁੱਖ ਵਿੱਚ ਸੁਰੱਖਿਅਤ ਨਹੀਂ, ਜੰਮਣ ਤੋਂ ਬਾਅਦ ਸੁਰੱਖਿਅਤ ਨਹੀਂ, ਕਿਸੇ ਕੰਮਕਾਰ ਦੇ ਥਾਈਂ ਸੁਰੱਖਿਅਤ ਨਹੀਂ। ਸ਼ਾਇਦ ਜਾਪਦਾ ਹੋਵੇ ਕਿ ਸਿਰਫ ਖੇਡਾਂ ਦੇ ਵਿੱਚ ਇਹ ਵਾਪਰ ਰਿਹਾ। ਜਿਸ ਤਰੀਕੇ ਪਹਿਲਾ ਕਾਨੂੰਨ ਹੀ 11ਵੀਂ ਸਦੀ ਵਿੱਚ ਬਣਿਆ ਸੀ, ਜਦੋਂ ਕਿਹਾ ਗਿਆ ਸੀ ਕਿ ਬਲਾਤਕਾਰ ਨੂੰ ਜੁਰਮ ਮੰਨਣਾ ਚਾਹੀਦਾ, ਯਾਨੀ 11ਵੀਂ ਸਦੀ ਵਿੱਚ ਤਾਂ ਉਹ ਤੋਂ ਪਹਿਲਾਂ ਤਾਂ ਇਹ ਜਾਇਜ਼ ਮੰਨਿਆ ਜਾਂਦਾ ਸੀ ਕਿ ਔਰਤ ਨੂੰ ਇਹ ਸ਼ਿਕਾਰ ਬਣਾਉਣਾ ਹੀ ਹੈ, ਇਹ ਸੈਕੰਡ ਰੇਟ ਸਿਟੀਜ਼ਨ ਹੈ, ਇਹਨੂੰ ਇਨਸਾਨ ਮੰਨਿਆ ਹੀ ਨਹੀਂ ਸੀ ਜਾਂਦਾ। ਤਾਂ ਸਮਝ ਲਓ ਕਿ ਕਿੱਥੋਂ ਦੀ ਲੜਾਈ ਚੱਲ ਰਹੀ ਹੈ, ਕਿੱਥੇ ਤੱਕ, ਜਿੱਥੇ ਇੱਕ ਅੱਧ ਔਰਤ ਜਦੋਂ ਸ਼ੁਰੂ ਹੋਈ ਸੀ ਤੇ ਹਮੇਸ਼ਾ ਉਹਨੂੰ ਪਿਛਾਂ ਹੀ ਧੱਕਿਆ ਗਿਆ, ਪਰ ਹਰ ਥਾਈਂ ਔਰਤ ਹੌਲੀ ਹੌਲੀ ਜਿਵੇਂ ਜਿਵੇਂ ਆਪਣੇ ਹੱਕਾਂ ਬਾਰੇ ਜਾਗਰੂਕ ਹੋ ਰਹੀ ਹੈ, ਜਿਵੇਂ ਜਿਵੇਂ ਆਵਾਜ਼ ਚੁੱਕਣਾ ਸ਼ੁਰੂ ਹੋਈ ਹੈ, ਉਵੇਂ ਹੀ ਇਹ ਹੌਲੀ ਹੌਲੀ ਬੁਲੰਦ ਆਵਾਜ਼ ਅਗਾਂਹ ਆਉਣ ਲੱਗੀ ਜੇ। ਪਰ ਇਹਦੇ ਵਿੱਚ ਇੱਕ ਅਹਿਮ ਆਵਾਜ਼ ਜੋ ਅਜੇ ਵੀ ਦੱਬੀ ਪਈ ਜੇ, 37 ਤੋਂ 41% ਨੇ ਘਰਾਂ ਦੇ ਵਿੱਚ ਨਿੱਕੀਆਂ ਬਾਲੜੀਆਂ ਜੋ ਅਜੇ ਵੀ ਜਿਸਮਾਨੀ ਸ਼ੋਸ਼ਣ ਉਹਨਾਂ ਨੂੰ ਸਹਿਣਾ ਪੈ ਰਿਹਾ ਜੇ। ਇਹ ਅੰਕੜੇ ਜੇ ਯੂਨਾਈਟਿਡ ਨੇਸ਼ਨਸ ਵੱਲੋਂ ਦਿੱਤੇ ਹੋਏ, ਜਾਰੀ ਕੀਤੇ ਹੋਏ, ਉਹਨਾਂ ਦੀ ਆਵਾਜ਼ ਕੋਈ ਵੀ ਨਹੀਂ ਬਣ ਸਕ ਰਿਹਾ, ਉਹਨਾਂ ਦੀਆਂ ਆਪਣੀਆਂ ਮਾਵਾਂ ਵੀ ਨਹੀਂ। ਥੈਂਕ ਯੂ ਡਾਕਟਰ ਸਾਹਿਬ। ਇਸ ਮੁੱਦੇ ਤੇ ਫੇਰ ਆਨੇ ਆਪਾਂ ਤੁਹਾਡੇ ਵੱਲ। ਸਾਡੇ ਨਾਲ ਡਾਕਟਰ ਮੋਨੀ ਵੀ ਜੁੜੇ ਹੋਏ ਹੈ। ਡਾਕਟਰ ਮੋਨੀ, ਜਿਸ ਮੁੱਦੇ ਦਾ ਆਪਾਂ ਜ਼ਿਕਰ ਕਰਦੇ ਹਾਂ, ਡਾਕਟਰ ਜੋਤੀ ਸੇਠ, ਡਾਕਟਰ ਸਿੰਦਰ ਉਹਨਾਂ ਨੇ ਆਪਣਾ ਵਿਊ ਪੁਆਇੰਟ ਰੱਖਿਆ ਹੈਗਾ। ਆਪਾਂ ਜਦੋਂ ਆਖਰ ਗੱਲ ਜਿਹੜੀ ਸ਼ੁਰੂ ਕੀਤੀ ਹੈ, ਬੇਸ਼ੱਕ ਉਹ ਮਹਿਲਾ ਜਿਹੜੀਆਂ ਹੈਗੀਆਂ ਰੈਸਲਰ ਉਹਨਾਂ ਦੀ ਨਾਲ ਜੁੜਿਆ ਵਾ ਮੁੱਦਾ, ਪਰ ਜਿੱਦਾਂ ਡਾਕਟਰ ਸਿੰਦਰ ਦਾ ਕਹਿਣਾ ਹੈ ਕਿ ਇਹਦੀ ਕੜੀ ਕਿਤੇ ਨਾ ਕਿਤੇ ਪਿੱਛੇ ਜਾ ਕੇ ਸਮਾਜ 'ਚ ਬਹੁਤ ਵੱਡਾ ਜਿਹੜਾ ਕਿਸ ਤਰ੍ਹਾਂ ਦਾ ਵਰਤਾਰਾ ਰਿਹਾ,
ਉਹਦਾ ਸਾਰਾ ਜਿਹੜਾ ਰੂਪ ਹੈ ਉਹਦਾ ਰੂਪਵਾਨ ਹੁੰਦਾ ਇਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ। ਪਰ ਆਪਾਂ ਜੇ ਮੌਜੂਦਾ ਮੁੱਦੇ ਦੀ ਗੱਲ ਕਰਦੇ ਹਾਂ, ਡਾਕਟਰ ਮੋਨੀ, ਜਿਸ ਤਰੀਕੇ ਨਾਲ ਜਿਹੜਾ ਜੰਤਰ ਮੰਤਰ ਤੇ ਧਰਨਾ ਦਿੱਤਾ ਗਿਆ, ਜਿੱਦਾਂ ਡਾਕਟਰ ਜੋਤੀ ਸੇਠ ਨੇ ਕਿਹਾ ਕਿ ਕੋਈ ਕੁੜੀ ਛੇਤੀ ਕਿਤੇ ਚਾਹੁੰਦੀ ਨਹੀਂ ਹੋਏਗੀ ਕਿ ਉਸ ਦੇ ਬਾਰੇ 'ਚ ਕੋਈ ਗੱਲਾਂ ਕੀਤੀਆਂ ਜਾਣ। ਆਖਰ ਕਿਹੋ ਜਿਹੀਆਂ ਮਜਬੂਰੀਆਂ ਹੈ ਕਿ ਜਿਹੜੀਆਂ ਰੈਸਲਰ ਜਿਨ੍ਹਾਂ ਨੇ ਦੁਨੀਆ 'ਚ ਆਪਣਾ ਨਾਂ ਕਮਾਇਆ ਉਹਨਾਂ ਨੂੰ ਜੰਤਰ ਮੰਤਰ ਦੇ ਹੰਝੂ ਪਾਉਣੇ ਪੈ ਰਹੇ ਹੈ? डॉक्टर मोनी जी। हाँ, मैं जो भी दोनों पहले ਜਿਹੜੇ ਵਕਤਾ ਸੀ ਉਹਨਾਂ ਨੇ ਜੋ ਕੁਝ ਵੀ ਬੋਲਿਆ ਮੈਂ ਬਿਲਕੁਲ ਸਹਿਮਤ ਹਾਂ ਉਹਨਾਂ ਦੇ ਨਾਲ। ਲੇਕਿਨ ਇਹ ਤੁਹਾਡਾ ਹੁਣ ਕੁਐਸਚਨ ਜਿਹੜਾ ਪੁੱਛਿਆ ਹੈ ਬੜਾ ਹੈ ਕਿ ਅਸੀਂ ਕੀ ਕਰ ਸਕਦੇ ਹਾਂ ਇਹਦੇ 'ਚ ਜੀ। ਉਹ ਜਿਹੜੇ ਉੱਥੇ ਬੈਠੇ ਇਹ ਮੁੱਦਾ ਜਿਹੜਾ ਬੜਾ ਪੁਰਾਣਾ ਹੈ, ਲੇਕਿਨ ਇੱਕ ਮੈਨੂੰ ਥੋੜਾ ਜਿਹਾ ਮੈਂ ਜਿਹੜੇ ਟੀਵੀ ਚੈਨਲਸ ਹੈ ਉਹਨਾਂ ਨਾਲ ਇੱਕ ਗੱਲ ਕਰਨਾ ਚਾਹਾਂਗੀ ਮੁੱਦਾ ਸ਼ੁਰੂ ਕਰਨ ਤੋਂ ਪਹਿਲਾਂ ਕਿ ਅਸੀਂ ਕੋਈ ਹਾਦਸਾ ਹੋਣ ਤੋਂ ਬਾਅਦ ਕਿਉਂ ਇੰਨੇ ਅਲਰਟ ਹੁੰਦੇ ਆ, ਕਿਉਂ ਡਿਬੇਟ ਸ਼ੁਰੂ ਕਰਦੇ ਆ? ਵਾਈ ਨਾਟ ਅਸੀਂ ਇਹਨੂੰ ਇੱਕ ਆਮ ਡਿਬੇਟ ਕਿਉਂ ਨਹੀਂ ਬਣਾਉਂਦੇ ਤਾਂ ਕਿ ਇੱਕ ਪ੍ਰੀਕਾਸ਼ਨਸ ਵੀ ਹੋਣੀਆਂ ਚਾਹੀਦੀਆਂ ਤਾਂ ਕਿ ਅਸੀਂ ਆਪਣੇ ਬੱਚਿਆਂ ਨੂੰ, ਆਪਣੀਆਂ ਬੇਟੀਆਂ ਨੂੰ ਥੋੜਾ ਅਗਾਹ ਕਰ ਸਕੀਏ, ਉਹਨਾਂ ਨੂੰ ਕੁਝ ਗਾਈਡ ਕਰ ਸਕੀਏ। ਇਹ ਬਹੁਤ ਜ਼ਰੂਰੀ ਹੈ। ਡਾਕਟਰ ਸਾਹਿਬ ਮੈਂ ਸਵਾਲ ਜਿਹੜਾ डॉक्टर साहब मेरी जी मेरी आवाज़ सुनने 2 सेकंड मैं लवांगा, 2 सेकंड मैं बीइंग ए जर्नलिस्ट मैं तुहाडी गल दी हिमायत करदा हां, तुसीं बिल्कुल वजह ठीक फरमा रहे हो। नहीं ਉਹ ਜਿਹੜਾ ਅੱਜ ਜਿਹੜਾ ਉੱਥੇ ਤੁਸੀਂ ਜੰਤਰ ਮੰਤਰ ਤੇ ਗੱਲ ਕਰ ਰਹੇ ਹੋ, ਜਿਹੜਾ ਬੱਚੀਆਂ ਬੈਠੀਆਂ ਹੈ ਉਹ ਮਤਲਬ ਇਹ ਉਦੋਂ परिस्थिति पैदा ਹੁੰਦੀ है ਜਦੋਂ ਸਿਰ ਦੇ ਉੱਤੋਂ ਪਾਣੀ ਨਿਕਲ ਜਾਂਦਾ ਹੈ। ਮੈਨੂੰ ਲੱਗਦਾ 90% ਜਿਹੜੇ ਬੱਚੇ ਹੈ, ਬੱਚੀਆਂ ਜਿਹੜੀਆਂ ਹੈ ਉਹ ਤਾਂ ਜਿਹੜੇ ਮੈਡਮ ਹੁਣੀ ਬੋਲ ਕੇ ਗਏ ਹੈ ਕਿ ਬੱਚੇ ਤਾਂ ਸ਼ਿਕਾਇਤ ਕਰਦੇ ਹੀ ਨਹੀਂ। ਉਹਨਾਂ ਦੇ ਅੰਦਰ ਇੱਕ ਡਰ ਹੈ ਲੜਕੀਆਂ ਦੇ ਅੰਦਰ ਕਿ ਸਾਡੀ ਗੱਲ ਨੂੰ ਕਿਸੇ ਨੇ ਸੀਰੀਅਸਲੀ ਲੈਣਾ ਹੀ ਨਹੀਂ। ਇਸ ਕਰਕੇ 90% ਬੱਚੀਆਂ ਜਿਹੜੀਆਂ ਉਹ ਚੁੱਪ ਰਹਿੰਦੀਆਂ। ਇਹਦਾ ਇਲਾਜ ਸਿਰਫ ਇਹ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਬੱਚਿਆਂ ਦੇ ਇਹਨਾਂ ਬੱਚਿਆਂ ਨੇ ਜਿਨ੍ਹਾਂ ਨੂੰ ਸ਼ਿਕਾਇਤ ਕਰਨੀ ਹੈ ਉਹਦੇ ਵਿੱਚ ਮੇਨਲੀ ਮੇਲ ਮੈਂਬਰਸ ਹੁੰਦੇ ਆ। ਫੈਡਰੇਸ਼ਨਸ ਦੇ ਜਿਹੜੇ ਚੇਅਰਪਰਸਨਸ ਹੈ, ਪ੍ਰੈਜ਼ੀਡੈਂਟ ਹੈ, ਸੈਕਟਰੀ ਹੈ, ਮਤਲਬ ਮੈਕਸਿਮਮ ਜਿਹੜੇ ਲੋਕ ਹੈ ਉਹ ਮੇਲ ਮੈਂਬਰਸ ਹੈ। ਜਿਹੜੀਆਂ ਵਿਮਨ ਫੈਡਰੇਸ਼ਨਸ ਹੈ ਉਹਨਾਂ ਦੇ ਜਿੰਨੇ ਵੀ ਆਫਿਸ ਬੇਅਰਰਸ ਹੈ, ਮੇਰੀ ਸੁਜੈਸ਼ਨ ਹੈ ਕਿ ਉਹਨਾਂ ਨੂੰ ਉਹ ਵਿਮਨ ਸਪੋਰਟਸ ਪਰਸਨਸ ਨੂੰ ਦੇਣ ਇਹ ਵਾਲੀਆਂ ਚੇਅਰਸ ਤਾਂ ਕਿ ਬੇਟੀਆਂ ਜਿਹੜੀਆਂ ਹੈ ਉਹਨਾਂ ਨੂੰ ਈਜ਼ੀ ਰਹੇ ਉਹਨਾਂ ਦੇ ਨਾਲ ਕਨਵਰਸੇਸ਼ਨ ਕਰਨਾ, ਆਪਣੀਆਂ ਪ੍ਰੋਬਲਮ ਦੱਸਣਾ, ਉਹ ਬੈਟਰ ਹੋਏਗਾ, ਉਹ ਜਲਦੀ ਸੁਣਨਗੇ ਉਹਨਾਂ ਦੀ ਗੱਲ। ਨੰਬਰ 2 ਇਹਨਾਂ ਜਿੰਨਾ ਵੀ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਹੈ, ਬੱਚੇ ਸ਼ਿਕਾਇਤ ਕਰਦੇ ਹੈ, ਉਹਨਾਂ ਨੂੰ ਸੀਰੀਅਸਲੀ ਸੁਣਿਆ ਜਾਏ, ਉਹਨਾਂ ਤੇ ਐਕਸ਼ਨ ਲਿਆ ਜਾਏ, ਹਾਦਸਿਆਂ ਦੀ ਵੇਟ ਨਾ ਕੀਤੀ ਜਾਏ। ਕਿਉਂਕਿ ਬਹੁਤ ਸਾਰੇ ਬੱਚੇ ਜਿਹੜੇ ਹੈ ਇਹ ਪਹਿਲਾਂ ਇਹਨਾਂ ਚੀਜ਼ਾਂ ਨੂੰ ਜੱਜ ਕਰ ਲੈਂਦੇ ਹੈ, ਉਹਨਾਂ ਨੂੰ ਇੰਨੀ ਸੀਰੀਅਸਲੀ ਸੁਣਿਆ ਹੀ ਨਹੀਂ ਜਾਂਦਾ। ਕਿਉਂਕਿ ਮੈਂ ਖੁਦ ਸਪੋਰਟਸ ਪਰਸਨ ਹੈ, ਸਪੋਰਟਸ ਦੀ ਐਡਮਿਨਿਸਟ੍ਰੇਟਰ ਵੀ ਰਹੀ ਹੈ, ਮੈਨੂੰ ਪਤਾ ਹੈ ਕਿ ਬੱਚਿਆਂ ਦੇ ਇਸ ਤਰ੍ਹਾਂ ਦੇ ਬੜੇ ਮੁੱਦੇ ਹੈ ਜਿਨ੍ਹਾਂ ਨੂੰ ਇਗਨੋਰ ਕਰ ਦਿੱਤਾ ਜਾਂਦਾ, ਸੁਣਿਆ ਨਹੀਂ ਜਾਂਦਾ ਜੀ। ਤੇ ਬੇਟੀਆਂ ਨੂੰ ਵੀ ਮੇਰੀ ਹਿਦਾਇਤ ਹੈ ਕਿ ਉਹ ਇਸ ਕਰਕੇ ਕਿਉਂਕਿ ਉਹਨਾਂ ਦੇ ਮਸਲੇ ਇਗਨੋਰ ਹੋ ਜਾਣਗੇ, ਬੱਚੇ ਸਾਹਮਣੇ ਨਹੀਂ ਆਉਂਦੇ। ਉਹਨਾਂ ਇਹ ਜਦੋਂ ਵੀ ਇਹ ਸ਼ਿਕਾਇਤ ਕੀਤੀ ਜਾਏ ਇਹਨੂੰ ਫਾਸਟ ਟਰੈਕ ਦੇ ਉੱਤੇ ਡਿਸੀਜਨ ਲਏ ਜਾਣ, ਇਹਨਾਂ ਦੀ ਸਜ਼ਾ ਇੰਨੀ ਸਟ੍ਰਿੰਜੈਂਟ ਕੀਤੀ ਜਾਏ ਕਿ ਕੋਈ ਇਸ ਤਰ੍ਹਾਂ ਦਾ ਕ੍ਰਾਈਮ ਕਰਨ ਤੋਂ ਪਹਿਲਾਂ 100 ਵਾਰ ਸੋਚੇ ਕਿ ਮੇਰੇ ਨਾਲ ਇਹ ਵਾਪਰੇਗਾ, ਤਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਦਾ ਹੱਲ ਨਿਕਲੇਗਾ, ਅਦਰਵਾਈਜ਼ ਨਹੀਂ। ਜੀ ਡਾਕਟਰ ਮੋਨੀ, ਥੈਂਕ ਯੂ ਵੈਰੀ ਮਚ। ਫਿਰ ਆਵਾਂਗੇ ਇਸ ਸਵਾਲ ਦੇ ਉੱਤੇ ਤੁਹਾਡੇ ਵੱਲ ਆਪਾਂ। ਡਾਕਟਰ ਸਿੰਦਰ, ਜੋ ਡਾਕਟਰ ਮੋਨੀ ਨੇ ਗੱਲ ਕਹੀ ਹੈ ਕਿ ਜਦ ਤੱਕ ਤੁਸੀਂ ਕੋਈ ਸਖਤ ਸਜ਼ਾਵਾਂ ਜਾਂ ਇੱਦਾਂ ਦੀ ਪਹਿਰੇਦਾਰੀ ਨਹੀਂ ਕਰੋਗੇ ਇਹ ਮੰਦਭਾਗੀਆਂ ਘਟਨਾਵਾਂ ਵਾਪਰਦੀਆਂ ਰਹਿਣਗੀਆਂ। ਤੇ ਜਦੋਂ ਕੋਈ ਮੁੱਦਾ ਆਉਂਦਾ ਫਿਰ ਹੀ ਮੀਡੀਆ ਇਸ ਮੁੱਦੇ ਤੇ ਵੀ ਗੱਲ ਕਰਦਾ ਹੈ, ਉਸ ਤੋਂ ਅੱਗੋਂ ਪਿੱਛੋਂ ਇਹਨਾਂ ਮੁੱਦਿਆਂ ਦਾ ਕੋਈ ਨੋਟਿਸ ਨਹੀਂ ਲਿਆ ਜਾਂਦਾ। ਬਿਲਕੁਲ ਭਾਜੀ, ਮੈਂ ਡਾਕਟਰ ਮੋਨੀ ਦੀ ਇਸ ਗੱਲ ਨਾਲ ਸਹਿਮਤ ਹਾਂ ਕਿ ਸਖਤ ਸਜ਼ਾਵਾਂ ਹੋਣੀਆਂ ਚਾਹੀਦੀਆਂ ਨੇ। ਬਤੌਰ ਇੱਕ ਚਾਈਲਡ ਸਪੈਸ਼ਲਿਸਟ ਹੁੰਦੇ ਆ ਮੈਂ ਥੋੜੀ ਜਿਹੀ ਮੀਡੀਆ ਨੂੰ ਕਸੂਰਵਾਰ ਠਹਿਰਾਉਣ ਤੋਂ ਪਹਿਲਾਂ ਜਾਂ ਸਰਕਾਰਾਂ ਤੇ ਉਂਗਲ ਚੁੱਕਣ ਤੋਂ ਪਹਿਲਾਂ ਮੈਂ ਚਾਹੁੰਦੀ ਹਾਂ ਹਰ ਇੱਕ ਜਣਾ ਆਪਣੇ ਅੰਦਰ ਝਾਤ ਮਾਰੇ ਕਿ ਉਹਦਾ ਕਸੂਰ ਹੈ ਜਾਂ ਨਹੀਂ। ਮੈਂ ਫਿਰ ਦੱਸਦਿਆਂ ਬਤੌਰ ਚਾਈਲਡ ਸਪੈਸ਼ਲਿਸਟ, ਚਾਈਲਡ ਸਾਈਕੋਲੋਜੀ ਸਮਝਾਉਂਦਿਆਂ ਦੱਸਦੀਆਂ ਕਿ ਇੱਕ ਨਿੱਕਾ ਬੱਚਾ ਜਦੋਂ ਵੇਖਦਾ ਹੈ ਕਿ ਮੇਰਾ ਪਿਓ ਘਰ ਤੋਂ ਬਾਹਰ ਜਾ ਕੇ ਕਿਸ ਤਰੀਕੇ ਹੋਰ ਔਰਤਾਂ ਨਾਲ ਸੰਬੰਧ ਬਣਾ ਸਕਦਾ ਹੈ, ਕਿਸ ਤਰੀਕੇ ਘਰ ਦੇ ਵਿੱਚ ਮੇਰੀ ਮਾਂ ਦੇ ਨਾਲ ਮਾਰ ਕੁਟਾਈ ਕਰ ਸਕਦਾ ਹੈ, ਕਿਸ ਤਰੀਕੇ ਉਹਨੂੰ
ਨੀਵਾਂ ਦਿਖਾਉਂਦਾ ਹੈ ਸਾਡੇ ਸਾਹਮਣੇ, ਉਹ ਸਾਰੀ ਚੀਜ਼ ਉਹਦੇ ਬਣਦੇ ਦਿਮਾਗ ਵਿੱਚ ਛਪਦੀ ਹੈ ਕਿ ਇਹ ਜੋ ਸ਼ੈ ਹੈ ਨਾ, ਜਿਸ ਨੂੰ ਔਰਤ ਕਿਹਾ ਜਾਂਦਾ ਹੈ, ਉਹ ਭਾਵੇਂ ਮਾਂ ਦੇ ਵਿੱਚ ਰੂਪ ਵਿੱਚ ਹੋਵੇ, ਭਾਵੇਂ ਭੈਣ ਦੇ ਰੂਪ ਵਿੱਚ ਹੋਏ, ਇਹਨੂੰ ਦਬਾ ਕੇ ਹੀ ਰੱਖਣਾ ਚਾਹੀਦਾ ਹੈ। ਤੇ ਮੈਨੂੰ ਹੱਕ ਮਿਲ ਚੁੱਕਿਆ ਕਿ ਇਹਦੇ ਉੱਤੇ ਮੈਂ ਜ਼ੁਲਮ ਕਰ ਸਕਦਾ। ਇਹਦੇ ਲਈ ਗੁਨਾਹਗਾਰ ਨਾ ਮੀਡੀਆ ਹੈ ਤੇ ਨਾ ਹੀ ਕੋਈ ਕਿਸੇ ਤਰੀਕੇ ਦਾ ਸਮਾਜ। ਗੁਨਾਹਗਾਰ 100% ਘਰ ਦੇ ਪਹਿਲਾਂ ਸ਼ੁਰੂ ਹੁੰਦੇ ਨੇ, ਉਹ ਮਾਪੇ ਜਿਨ੍ਹਾਂ ਨੇ ਇਹ ਚੀਜ਼ ਸਿੱਖਿਆ, ਉਹਨਾਂ ਦੇ ਦਿਮਾਗ ਵਿੱਚ ਵਾੜੀ ਨਹੀਂ। ਮਾਂ ਵੀ ਓਨੀ ਕਸੂਰਵਾਰ ਹੈ ਜਿਹੜੀ ਜ਼ੁਲਮ ਸਹਿੰਦੀ ਏ ਤੇ ਫਿਰ ਇਹ ਸਿਖਾਉਂਦੀ ਏ ਕਿ ਭਾਈ ਤੂੰ ਪੁੱਤਰਾ ਬਹਿ ਜਾ ਤੇ ਤੇਰੀ ਜਿਹੜੀ ਭੈਣ ਹੋਏਗੀ ਉਹੀ ਤੇਰੀ ਸੇਵਾ ਕਰੇਗੀ, ਉਹੀ ਤੈਨੂੰ ਲਿਆ ਕੇ ਪਾਣੀ ਵੀ ਦੇਏਗੀ, ਉਹੀ ਤੁਹਾਨੂੰ ਲਿਆ ਕੇ ਖਾਣਾ ਵੀ ਦੇਏਗੀ, ਤੇਰੇ ਜੂਠੇ ਭਾਂਡੇ ਵੀ ਚੁੱਕੇਗੀ ਤੇ ਫਿਰ ਤੂੰ ਉਹਨੂੰ ਝਿੜਕ ਵੀ ਸਕਦਾ ਹੈ। ਆਖਰ ਇਹ ਚੀਜ਼ ਜਦੋਂ ਅਸੀਂ ਉਹਨਾਂ ਦੇ ਮਨਾਂ ਵਿੱਚ ਵਾੜਦੇ ਹਾਂ, ਫਿਰ ਅਗਾਂਹ ਜਾ ਕੇ ਕਿਉਂ ਚੀਕਦੇ ਹਾਂ ਕਿ ਜਦੋਂ ਉਹਨੇ ਮਾਂ ਨੂੰ ਠੁੱਡਾ ਮਾਰਿਆ ਤੇ ਫਿਰ ਉਹਨੇ ਕਿਹਾ ਬਜ਼ੁਰਗ ਘਰਾਂ ਵਿੱਚ ਨਿਕਲ ਜਾ, ਜਾਂ ਉਹਨੇ ਕਤਲ ਕਰ ਦਿੱਤਾ ਆਪਣੀ ਮਾਪਿਆਂ ਦਾ ਜਾਇਦਾਦ ਦੇ ਵਾਸਤੇ, ਕਿਉਂਕਿ ਅਸੀਂ ਉਹਨੂੰ ਸਿੱਖਿਆ ਕਦੇ ਦੇ ਹੀ ਨਹੀਂ ਸਕੇ ਘਰਾਂ ਦੇ ਅੰਦਰ। ਕਿ ਸਕੂਲਾਂ ਦੇ ਵਿੱਚ ਕਦੇ ਵੀ ਸਦਾਚਾਰਕ ਸਿੱਖਿਆ ਸਿਖਾਈ ਗਈ ਕਿ ਕਿਸ ਤਰੀਕੇ ਤੁਸੀਂ ਦੂਸਰੇ ਦੀ ਇੱਜ਼ਤ ਕਰਨੀ ਹੈ? ਕਦੇ ਵੀ ਨਹੀਂ। ਵਿਸ਼ਵ ਪੱਧਰੀ ਵੀ ਦੇਖੋਗੇ ਤਾਂ ਉੱਥੇ ਵੀ 6ਵੀਂ ਜਮਾਤ ਦਾ ਬੱਚਾ 3ਜੀ ਜਮਾਤ ਦੀ ਬੇਟੀ ਦੇ ਨਾਲ ਇਹੀ ਕੁਝ ਜਿਨਸੀ ਸ਼ੋਸ਼ਣ ਕਰਦੇ ਫੜੇ ਜਾ ਚੁੱਕੇ ਨੇ। ਭਾਰਤ ਦੇ ਅੰਦਰ ਵੀ ਇਹੋ ਜਿਹੇ ਕੇਸਿਸ ਆ ਚੁੱਕੇ ਨੇ, ਕਿਉਂਕਿ ਅਸੀਂ ਇੱਕ ਤਾਂ ਜੋ ਵੀ ਸੋਸ਼ਲ ਮੀਡੀਆ ਉੱਤੇ ਵਿਖਾਉਂਦੇ ਹਾਂ, ਜਿਸ ਤਰੀਕੇ ਦਾ ਅਸੀਂ ਉਹਨਾਂ ਨੂੰ ਕੋਈ ਹੀਰੋ ਬਣ ਕੇ ਦਿਖਾਉਂਦੇ ਹਾਂ ਕਿ ਜਿਹੜੇ ਗੈਂਗਸਟਰ ਨੇ, ਜਿਹੜੇ ਰੇਪਿਸਟ ਨੇ, ਉਹਨਾਂ ਨੂੰ ਮੀਡੀਆ ਲਗਾਤਾਰ ਮਹੀਨਿਆਂ ਬੱਧੀ ਦਿਖਾਏਗਾ। ਪਰ ਜੇ ਕੋਈ ਚੰਗਾ ਕੰਮ ਕਰਨ ਵਾਲਾ ਹੈ, ਉਹ ਸਿਰਫ 5 ਮਿੰਟ ਦੀ ਖਬਰ ਹੀ ਸੁਰਖੀ ਬਣ ਕੇ ਰਹਿ ਜਾਂਦਾ ਹੈ। ਸੋ ਇਹ ਚੁਫੇਰਿਓਂ ਜੋ ਅਸੀਂ ਉਹਨਾਂ ਨੂੰ ਸਿੱਖਿਆ ਦੇ ਰਹੇ ਹਾਂ, ਉਹਦੇ ਵਿੱਚੋਂ ਇਹੋ ਕੁਝ ਭੂਤਰੇ ਸਾਹ ਹੀ ਸਾਹਮਣੇ ਆਉਣ ਵਾਲੇ ਨੇ। ਸੋ ਗੱਲ ਸ਼ੁਰੂ ਹੁੰਦੀ ਜੇ ਘਰ ਦੇ ਵਿੱਚੋਂ, ਜਿੱਥੋਂ ਸਾਨੂੰ ਪਹਿਲਾਂ ਤਬਦੀਲੀ ਲਿਆਉਣੀ ਪੈਣੀ ਹੈ ਕਿ ਪੁੱਤਰਾਂ ਨੂੰ ਵੀ ਬਿਲਕੁਲ ਬਰਾਬਰ ਉਸੇ ਤਰ੍ਹਾਂ ਹੀ ਜੋ ਧੀ ਨੂੰ ਤੁਸੀਂ ਦੇਣਾ ਜੇ ਰੁਤਬਾ, ਉਹੀ ਕੁਝ ਪੁੱਤਰ ਨੂੰ ਓਨਾ ਹੀ ਹੋਵੇ, ਨਾ ਕਿ ਇੱਕ ਸਟੈਪ ਉਤਾਂਹ ਵਧਾ ਕੇ। ਤੇ ਪਿਓ ਦੀ ਜ਼ਿੰਮੇਵਾਰੀ ਹੈ ਕਿ ਉਸ ਪੁੱਤਰ ਦੇ ਸਾਹਮਣੇ ਜੇ ਉਹ ਚਾਹੁੰਦਾ ਹੈ ਆਪਣੀ ਧੀ ਸੁਰੱਖਿਅਤ ਰਵੇ, ਕਿਸੇ ਹੋਰ ਦਾ ਪੁੱਤਰ ਨਾ ਉਹਦੇ ਉੱਤੇ ਵਾਰ ਕਰੇ, ਤਾਂ ਉਹਦਾ ਮਤਲਬ ਹੈ ਉਹਨੂੰ ਆਪਣੇ ਪੁੱਤਰ ਨੂੰ ਸਿਖਾਉਣਾ ਪਏਗਾ ਕਿ ਕਿਵੇਂ ਧੀ ਦੀ ਇੱਜ਼ਤ ਕਰੀਦੀ ਹੈ। ਓਕੇ, ਥੈਂਕ ਯੂ ਡਾਕਟਰ ਸਾਹਿਬ। ਆਪਾਂ ਫੇਰ ਆਨੇ ਇਸ ਮੁੱਦੇ ਤੇ। ਡਾਕਟਰ ਜੋਤੀ ਸੇਠ, ਜਿੱਦਾਂ ਡਾਕਟਰ ਸ਼ਿੰਦਰ ਦਾ ਕਹਿਣਾ ਹੈ ਕਿ ਮਾਮਲਾ ਅਸਲ 'ਚ ਘਰਾਂ ਤੋਂ ਸ਼ੁਰੂ ਹੁੰਦਾ। ਸਮਾਜਿਕ ਵਰਤਾਰਾ ਕਿਹੋ ਜਿਹਾ, ਘਰ ਦਾ ਮਾਹੌਲ ਕਿਹੋ ਜਿਹਾ, ਕਿੱਦਾਂ ਘਰ ਦੇ 'ਚ ਇੱਕ ਔਰਤ ਨੂੰ, ਬੇਟੀ ਨੂੰ, ਬੀਵੀ ਨੂੰ, ਮਾਂ ਨੂੰ ਸਤਿਕਾਰ ਜਾਂ ਇੱਜ਼ਤ ਨਾਲ ਦੇਖਿਆ ਜਾਂਦਾ ਹੈ, ਉਹ ਫਿਰ ਜਦੋਂ ਉਹਦੇ ਤੋਂ ਬਾਹਰ ਨਿਕਲਦੇ ਆ ਬੱਚੇ, ਤੇ ਜਦੋਂ ਉਸ ਮਾਹੌਲ 'ਚੋਂ ਬਾਹਰ ਨਿਕਲਦੇ ਆ ਤਾਂ ਇਹੋ ਜਿਹੀਆਂ ਘਟਨਾਵਾਂ, ਮੰਦਭਾਗੀਆਂ ਘਟਨਾਵਾਂ ਵਾਪਰਦੀਆਂ। ਅਸਲ 'ਚ ਕਹਿੰਦੇ ਕਿਤੇ ਘਰ ਦੇ ਅੰਦਰ ਵੀ ਇਹ ਬਹੁਤ ਵੱਡੀ ਬੁਰਾਈ ਹੈ ਜਿਸ 'ਤੇ ਝਾਤ ਮਾਰਨ ਦੀ ਜ਼ਰੂਰਤ ਹੈ। ਡਾਕਟਰ ਸ਼ਿੰਦਰ ਦੀ ਰਾਏ ਹੈ। ਮੈਂ ਥੋੜਾ ਜਿਹਾ ਇਹਨੂੰ ਫਰਕ ਤਰੀਕੇ ਨਾਲ ਲੈਂਦੀ ਹਾਂ। ਜੋ ਕਹਿ ਰਿਹਾ ਬਿਲਕੁਲ ਸਹੀ ਹੈ, ਲੇਕਿਨ ਇਹਦੀ ਜਿਹੜੀ ਜੜ੍ਹਾਂ ਨੇ ਉਹ ਪਿਤਰੀ ਸਤਾਤਮਕ ਸੋਚ ਦੇ ਵਿੱਚ ਨੇ, ਜਿਹਦੇ ਵਿੱਚ ਪੁਰਸ਼ ਨੂੰ ਡੋਮੀਨੈਂਟ ਤੇ ਔਰਤ ਨੂੰ ਕਮਤਰ ਮੰਨਿਆ ਜਾਂਦਾ ਹੈ। ਤੇ ਪਰਿਵਾਰ ਵਿੱਚ ਵੀ ਉਹ ਅਸਮਾਨਤਾ ਬਣਾਈ ਜਾਂਦੀ ਹੈ। ਜੀ, ਪੁੱਤਰ ਨੂੰ ਐਂਟਾਈਟਲਮੈਂਟ ਹੈ, ਮੁੰਡੇ ਨੂੰ ਐਂਟਾਈਟਲਮੈਂਟ ਹੈਗੀ ਹੈ ਕਿ ਉਹ ਕੁਝ ਵੀ ਕਰ ਸਕਦਾ ਹੈ। ਕੁੜੀ ਦੇ ਉੱਤੇ ਬਹੁਤ ਜ਼ਿਆਦਾ ਪ੍ਰੈਸ਼ਰ ਹੈ ਕਿ ਉਹ ਇਹ ਨਹੀਂ ਕਰ ਸਕਦੀ, ਇਹ ਨਹੀਂ ਪਾ ਸਕਦੀ, ਇੱਥੇ ਨਹੀਂ ਜਾ ਸਕਦੀ। ਉਹ ਘਰੋਂ ਸ਼ੁਰੂ ਹੁੰਦੀ ਹੈ, ਲੇਕਿਨ ਇਹ ਪਿਤਰੀ ਸਤਾਤਮਕ ਸੋਚ ਔਰਤ ਤੇ ਪੁਰਸ਼ ਦੋਨੋਂ ਦੇ ਥਰੂ ਚੱਲਦੀ ਹੈ। ਮਾਂ ਬੁਰੀ ਨਹੀਂ ਹੈ, ਪਿਓ ਬੁਰਾ ਨਹੀਂ ਹੈ, ਲੇਕਿਨ ਉਹਨਾਂ ਦੀ ਜਿਹੜੀ ਸੋਚ ਹੈ, ਜਿਹੜੇ ਐਟੀਟਿਊਡਸ ਹੈ, ਉਹਨਾਂ ਵਿੱਚ ਪਰਿਵਰਤਨ ਆਣਾ ਜ਼ਰੂਰੀ ਹੈ। ਐਸੀ ਲਈ ਮੁੰਡੇ ਤਾਂ ਸਪੋਰਟਸ ਵਿੱਚ ਕਦੋਂ ਆ ਰਹੇ ਹੈ, ਕੁੜੀਆਂ ਹੁਣ ਸਟਰਗਲ ਕਰਕੇ ਸਪੋਰਟਸ ਡੋਮੇਨ ਵਿੱਚ ਆ ਰਹੀਆਂ। ਫਿਰ ਵੀ ਉਹਨਾਂ ਨਾਲ ਜਦੋਂ ਪਹੁੰਚ ਗਈਆਂ ਉੱਥੇ ਸਪੋਰਟਸ ਦੇ ਖੇਤਰ ਵਿੱਚ, ਉੱਥੇ ਉਹਨਾਂ ਨਾਲ ਅਸਮਾਨਤਾ ਹੋ ਰਹੀ ਹੈ। ਤੁਸੀਂ ਦੇਖੋ ਉਹਨਾਂ ਦੀ ਲੜਾਈਆਂ ਕਿੰਨੀਆਂ ਲੰਬੀਆਂ ਨੇ। ਤੇ ਜਦ ਉਹਦਾ ਸ਼ੋਸ਼ਣ ਹੁੰਦਾ ਹੈ, ਜਦ ਉਹਦਾ ਸੈਕਸ਼ੂਅਲ ਹੈਰੈਸਮੈਂਟ ਹੁੰਦੀ ਹੈ, ਤੇ ਉਹਦੀ ਮਾਨਸਿਕਤਾ ਕੀ ਹੈ ਉਸ ਕੁੜੀ ਦੀ। ਦੇਖੋ, ਐਜ਼ ਅ ਸਪੋਰਟਸ ਪਰਸਨ, ਸਪੋਰਟਸ women are very vulnerable। ਉਹਨਾਂ ਦੀ ਮੈਂਟਲ ਸਟਰੈਂਥ ਦੀ ਟ੍ਰੇਨਿੰਗ ਕਰਾਈ ਜਾਂਦੀ ਹੈ। ਸਪੈਸ਼ਲ ਸਾਈਕੋਲੋਜਿਸਟ ਬੁਲਾਏ ਜਾਂਦੇ ਕਿ ਉਹ ਫੋਕਸ ਕਰਨ, ਕਨਸੈਂਟਰੇਟ ਕਰਨ, ਆਪਣੀ ਗੇਮ ਵਧੀਆ ਕਰਨ। ਤੇ ਨੈਸ਼ਨਲ ਇੰਟਰਨੈਸ਼ਨਲ ਲੈਵਲ ਦੇ ਸਪੋਰਟਸ women ਹੈਗੀਆਂ। ਪਰ ਦੂਸਰੀ ਤਰਫ ਉਹਨਾਂ ਦੇ ਉੱਤੇ ਹੈਰੈਸਮੈਂਟ ਹੋ ਰਹੀ ਹੈ, ਸੈਕਸ਼ੂਅਲ ਹੈਰੈਸਮੈਂਟ ਹੋ ਰਹੀ ਹੈ। ਇੱਕ ਕੋਚ ਨੇ ਇੱਕ ਆਪਣੀ ਸ਼ਿਸ਼ਯ ਨੂੰ, ਐਥਲੀਟ ਨੂੰ ਆਪਣੇ ਨਾਲ ਕਮਰੇ ਵਿੱਚ ਫੋਰਸ ਕੀਤਾ ਰਹਿਣ ਲਈ, ਜਦੋਂ ਇੰਟਰਨੈਸ਼ਨਲ ਵਿੱਚ ਗਈ ਸੀ, ਇਹ ਕਹਿ ਕੇ ਕਿ ਜੀ ਹੋਟਲ ਵਿੱਚ ਕਮਰਾ ਨਹੀਂ ਸੀ। ਉਹ ਕੁੜੀ ਇੰਨੀ ਅਨਕੰਫਰਟੇਬਲ ਸੀ। ਤੁਸੀਂ ਸੋਚ, ਉਹ ਆਪਣੀ ਗੇਮ ਤੇ ਕਨਸੈਂਟਰੇਟ ਕਰ ਸਕਦੀ ਹੈ ਜਦੋਂ ਇੰਨੀ ਜ਼ਿਆਦਾ ਇਮੋਸ਼ਨਲੀ, ਆਪਣੀ ਸਪੋਰਟਸ women ਨੂੰ ਇਮੋਸ਼ਨਲੀ, ਮੈਂਟਲੀ
ਬਜਾਏ ਕਿ ਉਹਨਾਂ ਦੇ ਉੱਤੇ ਸੈਕਸ਼ੂਅਲ ਹੈਰੈਸਮੈਂਟ ਕਰਕੇ ਉਹਨਾਂ ਦਾ ਇਮੋਸ਼ਨਲ ਔਰ ਸੈਲਫ ਐਸਟੀਮ ਉਹਨਾਂ ਦੀ ਲੋ ਹੋ ਜਾਂਦੀ ਹੈ। ਉਹ ਆਪਣੇ ਆਪ ਨੂੰ ਕਮਤਰ ਸਮਝਣ ਲੱਗ ਜਾਂਦੀਆਂ ਨੇ, ਉਹ ਗੱਲ ਵੀ ਨਹੀਂ ਕਰ ਸਕਦੀਆਂ ਕਿਸੇ ਦੇ ਨਾਲ। ਐਗਜ਼ੈਕਟਲੀ ਮੀ ਟੂ ਦੇ ਨਾਲ ਇਹ ਤਾਂ ਹੋਇਆ ਕਿ ਹੁਣ ਅਸੀਂ ਬੋਲ ਤਾਂ ਰਹੇ ਹਾਂ, ਲੇਕਿਨ ਕੀ ਸਾਡੀ ਗੱਲ ਸੀਰੀਅਸਲੀ ਲੈ ਰਿਹਾ ਕੋਈ? ਜੰਤਰ ਮੰਤਰ ਕਿਉਂ ਪਹੁੰਚਣਾ ਪਿਆ? ਕਿਉਂਕਿ ਇਹ ਬਹੁਤ ਸੀਰੀਅਸ ਮੁੱਦਾ ਹੈ ਐਂਡ ਇਹਨੂੰ ਬਹੁਤ ਗੰਭੀਰਤਾ ਨਾਲ ਸਾਰਿਆਂ ਨੂੰ, ਸਾਰੇ ਸਮਾਜ ਨੂੰ, ਗਵਰਨਮੈਂਟਸ ਨੂੰ ਦੇਖਣਾ ਤੇ ਹਰ ਇੱਕ यूनिट इंटरनल कंप्लेंट्स कमिटीज होनिया जरूरी, और ताकि फास्ट ट्रैक इन्वेस्टिगेशन होके फास्ट ट्रैक पनिशमेंट होए, ताकि इदां दियां गल्लां ना होण। दूसरी एक होर गल है कि जेड़े कोचेस ने और जेड़े भी सारे एडमिनिस्ट्रेटिव मुलाजिम है, जेड़े सपोर्ट स्टाफ है, ਉਹਨਾਂ ਦੀ ਜੈਂਡਰ ਸੈਂਸਿਟਾਈਜੇਸ਼ਨ ਦੀ ਟ੍ਰੇਨਿੰਗ ਤੇ ਪੌਸ਼ ਐਕਟ ਦੀ ਟ੍ਰੇਨਿੰਗ ਜ਼ਰੂਰੀ ਹੈ ਔਰ ਲਗਾਤਾਰ ਹੋਣੀ ਚਾਹੀਦੀ ਹੈ ਜੀ। ਇੱਕ ਵਾਰੀ ਨਹੀਂ, ਇੱਕ ਟ੍ਰੇਨਿੰਗ ਹੋ ਗਈ ਖਤਮ ਹੋ ਗਈ, ਕਿਉਂਕਿ ਦੇਖੋ ਤੁਹਾਡੀ ਚਿੱਠੀ ਅੱਗੇ ਨਹੀਂ ਭੇਜੇਗਾ ਕੋਈ, ਉਹ ਵੀ ਤੁਹਾਨੂੰ ਹੈਰਸ ਕਰਦਾ। ਤੇ ਇਹ ਸਾਰਾ ਸਿਸਟਮ ਜਿਹੜਾ ਹੈ ਇਹਦੀ ਜੈਂਡਰ ਸੈਂਸਿਟਾਈਜੇਸ਼ਨ ਤੇ ਸੈਕਸ਼ੂਅਲ ਹੈਰੈਸਮੈਂਟ ਐਕਟ ਦੀ ਸੈਂਸਿਟਾਈਜੇਸ਼ਨ, ਸਪੈਸ਼ਲੀ ਇਹ ਗੱਲ ਹੈ ਕਿ ਜਿਹੜਾ ਕੋਚ ਹੈ ਉਹ ਪੋਜੀਸ਼ਨ ਆਫ ਪਾਵਰ ਔਰ ਅਥਾਰਟੀ ਤੇ ਹੈ, और ओदे अंडर जेड़ी ट्रेनिंग ले रही है लड़की, वो ओदी केयर और प्रोटेक्शन विच है जी। वो ओदी केयर और प्रोटेक्शन विच है, तो जे ओदा शोषण करदा है तो ओदी पनिशमेंट डबल है, क्योंकि शी इज अंडर हिज प्रोटेक्शन एंड केयर, एंड दिस द कोचेस मस्ट अंडरस्टैंड। इट्स अ वेरी वेरी सीरियस ऑफेंस। थैंक यू डॉक्टर ज्योति सेठ, ਤੁਹਾਡਾ ਵਿਊ ਪੁਆਇੰਟ ਆ ਗਿਆ। ਜਿਸ ਮੁੱਦੇ ਤੇ ਆਪਾਂ ਗੱਲ ਕਰ ਰਹੇ ਹਾਂ ਡਾਕਟਰ ਸ਼ਿੰਦਰ, ਜਿਹੜਾ ਹੈਗਾ ਜਿੱਦਾਂ ਡਾਕਟਰ ਜੋਤੀ ਸੇਠ ਨੇ ਕਿਹਾ ਕਿ ਜਿਹੜੀ ਪਾਵਰ ਅਥਾਰਟੀ ਹੈ ਉਹ ਇੱਕ ਵੱਡਾ ਇੱਕ ਮਾਮਲਾ ਹੈਗਾ, ਕਿਉਂਕਿ ਫੈਡਰੇਸ਼ਨਾਂ ਇੰਨੀਆਂ ਸਖਤ ਹੁੰਦੀਆਂ, ਆਰਗੇਨਾਈਜ਼ਰ ਜਿਹੜੇ ਜਿਸ ਤਰੀਕੇ ਨਾਲ ਕਿਸੇ ਵੀ ਖਿਡਾਰੀ ਦਾ ਕੈਰੀਅਰ ਜਿਹੜਾ ਬਰਬਾਦ ਕਰ ਸਕਦੇ ਆ ਜਾਂ ਬਣਾ ਸਕਦੇ ਆ, ਇੰਨੀ ਕੁ ਸਮਰੱਥਾ ਉਹਨਾਂ ਦੀ ਹੁੰਦੀ ਹੈ। ਕਿਤੇ ਪਾਵਰ ਅਥਾਰਟੀ ਉਹਦਾ ਮਿਸਯੂਜ਼ ਵੀ ਇਹਦਾ ਵੱਡਾ ਕਾਰਨ ਬਣਦਾ ਹੈ ਡਾਕਟਰ ਸਿੰਦਰ, ਕਿਉਂਕਿ ਇਕੱਲਾ ਸਪੋਰਟਸ ਦੀ ਗੱਲ ਨਹੀਂ, ਦੂਜੇ ਫੀਲਡ 'ਚ ਵੀ ਇੱਦਾਂ ਵਾਪਰ ਸਕਦਾ ਹੈ। ਬਿਲਕੁਲ ਜੀ, ਇਹ ਸ਼ਾਇਦ ਇੱਕ ਸਪੋਰਟਸ ਸਾਨੂੰ ਸਾਹਮਣੇ ਨਜ਼ਰ ਆ ਰਹੀ, ਜੇ ਮੈਂ ਆਪਣੇ ਹੀ ਪੇਸ਼ੇ ਵਿੱਚ, ਡਾਕਟਰੀ ਪੇਸ਼ੇ ਵਿੱਚ ਦੱਸ ਰਹੀ ਹਾਂ ਕਿ ਕਿਸ ਤਰੀਕੇ ਇੱਥੇ ਵੀ ਜੋ ਪੋਸਟ ਗ੍ਰੈਜੂਏਸ਼ਨ ਕਰਨ ਆਉਂਦੀਆਂ ਨੇ ਬੇਟੀਆਂ, ਕਿਵੇਂ ਥੀਸਿਸ ਦਾ ਵਰਕ ਕਰਵਾਉਣਾ ਹੈ, ਕਿਸ ਤਰੀਕੇ ਉਹਨਾਂ ਨਾਲ ਜਿਨਸੀ ਸ਼ੋਸ਼ਣ ਹੁੰਦਾ ਹੈ, ਉਹ ਕੋਈ ਲੁਕੀ ਹੋਈ ਗੱਲ ਨਹੀਂ ਰਹੀ। ਇਸੇ ਤਰ੍ਹਾਂ ਜੇ ਤੁਸੀਂ ਕਿਸੇ ਹੋਰ ਵੀ ਆਫਿਸਿਸ ਵਿੱਚ ਜਾਂਦੇ ਹੋ ਜਿੱਥੇ ਬੌਸ ਤੁਹਾਡੇ ਤੋਂ ਜੋ ਕੁਝ ਵੀ ਕਰਵਾਉਣਾ ਚਾਹੁੰਦਾ, ਭਾਵੇਂ ਉਹ IAS ਆਫਿਸਰ ਤੱਕ ਵੀ ਹੋਣ, PCS ਆਫਿਸਰਸ ਹੋਣ, ਜਾਂ ਕਿਸੇ ਵੀ ਪੱਧਰ ਦੀ ਲਾਅ ਦੇ ਵਿੱਚ ਗ੍ਰੈਜੂਏਟਸ ਨੇ, ਉਹਨਾਂ ਦੀ ਵੀ ਇਹੋ ਕੰਪਲੇਂਟ ਆਉਂਦੀ ਜੇ, ਤਾਂ ਕੋਈ ਵੀ ਕਿੱਤਾ ਸੁਰੱਖਿਅਤ ਔਰਤਾਂ ਲਈ ਹੈ ਹੀ ਨਹੀਂ। ਪਰ ਮੈਂ ਇੱਕ ਵੱਖ ਜ਼ਰੂਰ ਧਿਆਨ ਦਿਵਾਉਣਾ ਚਾਹੁੰਦੀ ਹਾਂ ਸਪੋਰਟ ਸਿਸਟਮ ਵੱਲ। ਦੁਨੀਆ ਭਰ ਵਿੱਚ ਇਹੋ ਜਿਹੇ ਜਿੱਥੇ ਜਿਨਸੀ ਸ਼ੋਸ਼ਣ ਹੁੰਦੇ ਨੇ, ਇੱਕ ਸਪੋਰਟ ਸਿਸਟਮ ਉਹਨਾਂ ਦੇ ਨਾਲ ਹੁੰਦੇ ਨੇ, NGOs ਕੰਮ ਕਰਦੇ ਨੇ, ਜਿਨ੍ਹਾਂ ਵਿੱਚ ਸਾਈਕੋਲੋਜਿਸਟ ਹੁੰਦੇ ਨੇ, ਸਾਈਕੋਥੈਰੇਪਿਸਟ ਹੁੰਦੇ ਨੇ, ਸਾਈਕੈਟਰਿਸਟ ਹੁੰਦੇ ਨੇ, ਵਕੀਲ ਹੁੰਦੇ ਨੇ। ਇਹ ਸਾਰੀਆਂ ਔਰਤਾਂ ਹੀ ਹੁੰਦੀਆਂ ਨੇ ਜਿਹੜੀਆਂ ਇੱਕ ਸਪੋਰਟ ਸਿਸਟਮ ਬੇਸ ਬਣਾਉਂਦੀਆਂ ਨੇ। NGOs ਨੇ ਜਿਨ੍ਹਾਂ ਵਿੱਚ ਬਹੁਤ ਸਾਰੇ ਪੁਰਸ਼ ਹੁੰਦੇ ਨੇ ਜਿਹੜੇ ਇਸ ਤਰ੍ਹਾਂ ਦੀਆਂ ਜਿਹੜੀਆਂ ਉਹਨਾਂ ਨੂੰ ਫਾਈਨੈਂਸ਼ੀਅਲ ਹੈਲਪ ਚਾਹੀਦੀ ਹੋਵੇ ਜਾਂ ਉਹਨਾਂ ਨੂੰ ਵਾਪਸ ਨੋਰਮਲ ਜ਼ਿੰਦਗੀ ਵੱਲ ਲਿਆਉਣਾ ਹੋਏ, ਉਹਨਾਂ ਨੂੰ ਮੈਂਟਲੀ ਸਟਰੋਂਗ ਕਰਨਾ ਹੋਏ, ਇਸ ਤਰੀਕੇ ਦਾ ਸਪੋਰਟ ਸਿਸਟਮ ਭਾਰਤ ਵਿੱਚ ਨਹੀਂ ਹੈ। ਸੋ ਇਹ ਚੀਜ਼ਾਂ ਜਿੱਥੇ ਅਸੀਂ ਗਰੁੱਪ ਇਹੋ ਜਿਹੇ ਬਣਾ ਦਿੱਤੇ ਹੋਏ ਨੇ ਜੋ ਸਿਰਫ ਔਰਤਾਂ ਨੂੰ ਨਾ ਸਿਰਫ ਉਹਨਾਂ ਦੀ ਬੇਕਦਰੀ ਕਰਦੇ ਨੇ, ਬਲਕਿ ਜੋ ਇਸ ਤਰੀਕੇ ਦੀ ਔਰਤ ਦੇ ਉੱਤੇ ਜਿਸ ਤਰੀਕੇ ਦਾ ਸ਼ੋਸ਼ਣ ਇਹ ਹੁੰਦਾ ਜੇ, ਉਹਨੂੰ ਸਗੋਂ ਭੰਡਣ ਲਈ ਉਹ ਖਾਸ ਗਿਰੋਹ ਤਿਆਰ ਕੀਤੇ ਗਏ ਨੇ, ਜਿਨ੍ਹਾਂ ਵਿੱਚ ਅਫਸੋਸ ਨਾਲ ਕਹਿਣਾ ਪੈਂਦਾ ਬਹੁਤਿਆਂ ਦੇ ਸਰਗਣਾ ਕੋਈ ਨਾ ਕੋਈ ਪੋਲੀਟੀਸ਼ੀਅਨ ਹੈ। ਸੋ ਇਹ ਸਾਨੂੰ ਚੀਜ਼ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਸਾਰੇ ਦੇ ਸਾਰੇ ਜੋ ਗੁੰਡਾ ਅਨਸਰ ਇਸ ਤਰੀਕੇ ਦੇ ਕੰਮਾਂ ਵੱਲ ਤੁਰ ਰਹੇ ਨੇ, ਉਹਨਾਂ ਦੇ ਬੈਕ ਤੇ ਕੌਣ ਸਪੋਰਟ ਦੇ ਰਿਹਾ ਜੇ। ਜੇ ਉਹਨਾਂ ਦੇ ਵਿੱਚੋਂ ਅਸੀਂ ਨਿੱਕੀ ਜਿਹੀ ਗੱਲ ਦਾ ਐਗਜ਼ਾਮਪਲ ਹੀ ਦੱਸਦੀ ਹਾਂ, ਸਹਾਰਾ ਘਰਾਂ ਵਿੱਚ ਕੌਣ ਸਨ ਇਹ ਜੁਰਮ ਕਰਨ ਵਾਲੇ? ਨਿੱਕੀਆਂ ਬਾਲੜੀਆਂ ਨੂੰ ਨਿਰਵਸਤਰ ਕਰਕੇ ਪਰੇਡ ਕਰਾਉਣ ਵਾਲਿਆਂ ਵਿੱਚ ਕੌਣ ਸ਼ਾਮਲ ਸਨ? ਪੋਲੀਟੀਸ਼ੀਅਨ ਸਨ, ਜੱਜ ਸਨ, ਵੱਡੇ IPS IAS ਆਫਿਸਰ ਸਨ। ਸੋ ਕਿਹਨਾਂ ਤੋਂ ਨਿਆਂ ਪਾਲਦੇ ਆ? ਇਹਦਾ ਮਤਲਬ ਇਹੋ ਹੈ ਕਿ ਸਾਨੂੰ ਸਪੋਰਟ ਸਿਸਟਮ ਤਾਂ ਤਿਆਰ ਕਰਨਾ ਹੀ ਪੈਣਾ ਤੇ ਇਹ ਤਾਂ ਕਿ ਇਹਨਾਂ ਨੂੰ ਇੱਕ ਸਟਰੋਂਗ ਬੇਸ ਮਿਲੇ ਕਿ ਜਿੱਥੇ ਵੀ ਕਿਤੇ ਇਸ ਤਰ੍ਹਾਂ ਦਾ ਸ਼ੋਸ਼ਣ ਹੋਏ, ਕੋਈ NGO ਤਗੜੀ ਉਹਨਾਂ ਦੀ ਸਪੋਰਟ ਤੇ ਜੋ ਪਹਿਲਾਂ ਹੀ ਤਿਆਰ ਹੋਵੇ, ਖੜੀ ਹੋਵੇ। ਤੇ ਇੱਕ ਬਹੁਤ ਅਹਿਮ ਜੋ UN ਨੇ ਗੱਲ ਮੈਂ ਦੁਹਰਾਉਣਾ ਚਾਹੁੰਦੀ ਹਾਂ ਕਿ ਜਦ ਤੱਕ
ਵੂਮਨ ਲੀਡਰਸ਼ਿਪ ਅਸੀਂ ਨਹੀਂ ਉਭਾਰਦੇ, ਜਦ ਤੱਕ ਪੋਲੀਟੀਕਲ ਪਾਰਟਿਸਿਪੇਸ਼ਨ ਔਰਤਾਂ ਦੀ ਵੱਡੀ ਪੱਧਰ ਤੇ ਨਹੀਂ ਹੁੰਦੀ, ਜੇ UN ਵੀ ਕਹਿ ਰਿਹਾ ਤੇ ਅਸੀਂ ਕਿਸ ਤਰ੍ਹਾਂ ਕਹਿ ਸਕਦੇ ਹਾਂ ਜਿਨਸੀ ਸ਼ੋਸ਼ਣ ਰੁਕ ਸਕੇਗਾ ਜਾਂ ਕੋਈ ਵੀ ਫਾਸਟ ਟਰੈਕ ਕੋਰਟ ਇਹਨਾਂ ਨੂੰ ਕੋਈ ਨਿਆਂ ਛੇਤੀ ਦਿਵਾ ਸਕੇਗਾ। ਸੋ ਇਸੇ ਲਈ ਜ਼ਰੂਰੀ ਜੇ ਕਿ ਸਾਡੀਆਂ ਬੇਟੀਆਂ ਉਹਨਾਂ ਪੱਖਾਂ ਵੱਲ ਧਿਆਨ ਦੇ ਕੇ ਉਸ ਪਾਸੇ ਪਾਵਰ ਵਿੱਚ ਆਣ ਤਾਂ ਕਿ ਇਸ ਤਰੀਕੇ ਦੇ ਸਾਡੇ ਜੋ ਹੋ ਰਹੇ ਨੇ ਸ਼ੋਸ਼ਣ ਇਹਨਾਂ ਵਿੱਚ ਕਮੀ ਹੋ ਸਕੇ। ਜੀ ਡਾਕਟਰ ਮੋਨੀ, ਤੁਸੀਂ ਜਿੱਦਾਂ ਆਪ ਜ਼ਿਕਰ ਕਰ ਰਹੇ ਹੋ ਕਿ ਸਪੋਰਟਸ ਦੇ ਨਾਲ ਤੁਹਾਡਾ ਬੜਾ ਵਾਹ ਵਾਸਤਾ ਰਿਹਾ, ਸਪੋਰਟਸ ਬਾਰੇ ਅਕਸਰ ਇਹ ਕਿਹਾ ਜਾਂਦਾ ਕਿ ਜਿਹੜੀ ਅਥਾਰਟੀਜ਼ ਹੈਗੀਆਂ ਇੰਨੀਆਂ ਪਾਵਰਫੁਲ ਹੁੰਦੀਆਂ ਕਿ ਕਿਸੇ ਵੀ ਖਿਡਾਰੀ ਦਾ, ਜਿੱਦਾਂ ਮੈਂ ਕਿਹਾ ਕਿ ਵੀ ਉਹ ਭਵਿੱਖ ਵਿਗਾੜ ਸਕਦੀਆਂ, ਸਵਾਰ ਸਕਦੀਆਂ। ਕਿਤੇ ਇਹ ਵੀ ਲੱਗਦਾ ਕਿ ਸਪੋਰਟਸ ਅਥਾਰਟੀਜ਼ ਜਿਹੜੀਆਂ ਹੈਗੀਆਂ ਉਹਦੇ ਵਿੱਚ ਵੀ, ਜਿੱਦਾਂ ਡਾਕਟਰ ਜੋਤੀ ਸੇਠ ਨੇ ਵੀ ਕਿਹਾ ਕਿ ਮਹਿਲਾਵਾਂ ਜਿਹੜੀਆਂ ਹੈਗੀਆਂ ਉਹਨਾਂ ਦੀ ਪ੍ਰਤੀਨਿਧਤਾ ਵਧੇਰੇ ਹੋਣੀ ਚਾਹੀਦੀ ਹੈ, ਤਾਂ ਵੀ ਕਿਧਰੇ ਨਾ ਕਿਧਰੇ ਜਿਹੜੀਆਂ ਸਾਡੀਆਂ ਮਹਿਲਾ ਖਿਡਾਰਨਾਂ ਹੈਗੀਆਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨਗੀਆਂ। ਸ਼ਾਇਦ बिल्कुल ठीक किया है सर। ये डॉक्टर सेठ नाले डॉक्टर जिंदर जी ने जो कुछ भी किया है, मैं 100% इन्हां नाल एग्री करदी हैं। मैडम सेठ ने एक गल बहुत सोहनी कही है कि वड्डे लेवल दे उत्ते तां साइकोलॉजिस्ट टीम्स दे नाल जुड़ जांदे आ बच्चियां दे नाल, ओ इंटरनेशनल लेवल ते है। अजे तक नेशनल लेवल, स्टेट लेवल, डिस्ट्रिक्ट लेवल, स्कूल लेवल ते साइकोलॉजिस्ट कदी भी किसी बच्चे नूं गाइड नहीं करदे क्योंकि ये फैसिलिटी नहीं है। ਤੇ ਇਹ ਬਹੁਤ ਅੱਛਾ ਇੱਕ ਸੁਜੈਸ਼ਨ ਹੈ, ਇਹ ਗਵਰਨਮੈਂਟ ਨੂੰ ਨੋਟ ਕਰਨੀ ਚਾਹੀਦੀ ਹੈ ਗੱਲ ਕਿ ਇਹ ਗ੍ਰਾਸ ਰੂਟ ਲੈਵਲ ਤੋਂ ਸ਼ੁਰੂ ਕਰਨ, ਛੋਟੇ ਬੱਚਿਆਂ ਦੀ ਮੈਂਟਲ ਸਟਰੈਂਥ ਜਿਹੜੀ ਹੈ ਉਹਨੂੰ ਵਧਾਉਣ। ਮੈਡਮ ਸਿੰਦਰ ਜੀ ਨੇ ਇੱਕ ਬੜੀ ਸੋਹਣੀ ਗੱਲ ਕਹੀ, ਬਹੁਤ ਹੀ ਖੂਬਸੂਰਤ ਗੱਲ ਕਹੀ ਕਿ ਇਹ ਜਿਹੜਾ ਪਲੇਟਫਾਰਮ ਇਸ ਲੈਵਲ ਤੇ ਤਾਂ ਹੋਣਾ ਹੀ ਚਾਹੀਦਾ ਹੈ ਜਿਸ ਲੈਵਲ ਤੇ ਅੱਜ ਅਸੀਂ ਗੱਲ ਕਰ ਰਹੇ ਹਾਂ। ਇਹ ਪਲੇਟਫਾਰਮ ਹਰ ਘਰ ਦੇ ਵਿੱਚ ਹੋਣਾ ਚਾਹੀਦਾ ਹੈ ਜਿੱਥੇ ਅੱਛੀ ਮੁੰਡਿਆਂ ਨਾਲੇ ਕੁੜੀਆਂ ਨੂੰ ਬਰਾਬਰੀ ਦੀ ਸਿੱਖਿਆ ਦਿੱਤੀ ਜਾਏ। ਇਹ ਬਹੁਤ ਖੂਬਸੂਰਤ ਗੱਲ ਹੈ। ਇਹ बहुत ही अहम है, हर फैमिली वास्ते बहुत जरूरी है कि इस डिबेट ਨੂੰ ਉਹ ਘਰ ਦੇ ਵਿੱਚ ਚਾਲੂ ਰੱਖਣ ਤਾਂ ਸਾਡਾ ਸਟੈਂਡਰਡ ਜਿਹੜਾ ਹੈ ਤਾਂ ਅਸੀਂ ਪੋਜ਼ਿਟਿਵ ਸੋਚ ਸਕਦੇ ਹਾਂ ਇਹਨਾਂ ਬਾਰੇ ਚ। ਨੰਬਰ ਤੀਸਰੀ ਗੱਲ ਜਿਹੜੀ ਮੈਡਮ ਨੇ ਗੱਲ ਕੀਤੀ ਹੈ ਕਿ ਕੋਈ NGO ਹੋਣਾ ਚਾਹੀਦਾ ਹੈ, ਮੈਂ ਤਾਂ ਕਹਿੰਦੀ ਹਾਂ ਸਪੋਰਟਸ ਦੇ ਵਿੱਚ ਪੋਲੀਟੀਕਲ ਇੰਟਰਫੇਰੈਂਸ ਹੋਣੀ ਹੀ ਨਹੀਂ ਚਾਹੀਦੀ। ਹਿੰਦੁਸਤਾਨ ਦੇ ਵਿੱਚ ਇੰਨੇ ਮੇਲ ਸਪੋਰਟਸ ਪਰਸਨਸ ਹੈ, ਇੰਨੀਆਂ ਵਿਮਨ ਸਪੋਰਟਸ ਪਰਸਨਸ ਹੈ ਜਿਹੜੀਆਂ ਫੈਡਰੇਸ਼ਨਸ ਦੀਆਂ ਚੇਅਰ ਹੈ, ਫੈਡਰੇਸ਼ਨ ਦੇ ਜਿੰਨੇ ਵੀ ਆਫਿਸ ਬੇਅਰਰਸ ਹੈ ਉਹ ਪੋਲੀਟੀਸ਼ੀਅਨਸ ਹੋਣੇ ਹੀ ਨਹੀਂ ਚਾਹੀਦੇ ਕਿਉਂਕਿ ਉਹਨਾਂ ਨੂੰ ਹੋਰ ਬਹੁਤ ਕੰਮ ਹੈ। ਉਹਨਾਂ ਨੂੰ ਸਪੋਰਟਸ ਬਾਰੇ ਨਾ ਤਾਂ ਨੌਲੇਜ ਹੈ ਨਾ ਉਹ ਇੰਟਰਸਟ ਲੈ ਸਕਦੇ ਹੈ। ਸਪੋਰਟਸ ਪਰਸਨ ਹੀ ਇਸ ਫੀਲਡ ਦੇ ਵਿੱਚ ਇੰਟਰਸਟ ਲੈ ਸਕਦੇ ਆ, ਉਹਨਾਂ ਨੂੰ ਮੌਕਾ ਦੇਣਾ ਚਾਹੀਦਾ ਹੈ। ਵਿਮਨ ਫੈਡਰੇਸ਼ਨਸ ਦੇ ਆਫਿਸ ਬੇਅਰਰਸ ਵਿਮਨ ਹੋਣ, ਵੂਮਨ ਸਪੋਰਟਸ ਪਰਸਨਸ, ਮੇਲ ਜਿਹੜੇ ਮੈਨ ਸਪੋਰਟਸ ਹੈ ਉਹਦੇ ਜਿਹੜੇ ਆਫਿਸ ਬੇਅਰਰਸ ਹੈ ਉਹ ਮੈਨ ਸਪੋਰਟਸ ਪਰਸਨਸ ਹੋਣ। ਮੈਨੂੰ ਲੱਗਦਾ ਇਹ ਮੁੱਦਾ ਕਾਫੀ ਜ਼ਿਆਦਾ ਸੁਲਝੇਗਾ। ਜੀ ਥੈਂਕ ਯੂ ਡਾਕਟਰ ਮੋਨੀ। ਇੱਕ ਸਵਾਲ ਮੈਂ ਤੁਹਾਡੇ ਤੋਂ ਹੋਰ ਲੈਣਾ ਚਾਹਾਂਗਾ, ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਵੀ ਠੀਕ ਹੈ ਜਿਹੜੇ ਪੋਲੀਟੀਸ਼ੀਅਨਸ ਹੈ ਉਹ ਇਹਦੇ 'ਤੇ ਨਹੀਂ ਹੋਣੇ ਚਾਹੀਦੇ, ਪਰ ਆਪਾਂ ਜੋ ਦਿੱਲੀ ਦੀ ਐਗਜ਼ਾਮਪਲ ਕਰਦੇ ਹਾਂ, ਜਿਹੜੀ ਉੱਥੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਹੈ ਸਾਵਤੀ, ਉਸ ਨੂੰ ਜਿਸ ਤਰੀਕੇ ਨਾਲ ਘਸੀਟਿਆ ਗਿਆ, ਜਿਸ ਤਰੀਕੇ ਨਾਲ ਉਹਦੀ ਛੇੜਛਾੜ, ਉਹਨੂੰ ਬੇਇੱਜ਼ਤ ਕੀਤਾ ਗਿਆ, ਦੇਖੋ ਉਹ ਤਾਂ ਇੱਕ ਰਾਸ਼ਟਰੀ ਸਿਸਟਮ ਨਾਲ ਸੰਬੰਧ ਰੱਖਦੀ ਹੈ। ਜੇ ਚੇਅਰਪਰਸਨ ਹੈ ਤਾਂ ਉੱਥੇ ਵੀ ਲੱਗਦਾ ਕਿ ਕਿਤੇ ਜਦ ਤੱਕ ਤੁਸੀਂ ਔਰਤਾਂ ਨੂੰ ਆਪਣਾ ਮਜ਼ਬੂਤ ਜਿਹੜਾ ਹੈਗਾ ਪਾਵਰਫੁਲ ਜਿਹੜਾ ਉਹਨਾਂ ਦੀ ਰਾਸ਼ਟਰੀ ਸ਼ਕਤੀ ਸਟਰੋਂਗ ਨਹੀਂ ਕਰੋਗੇ, ਅਹੁਦਿਆਂ 'ਤੇ ਲਿਆਉਣ ਨਾਲ ਵੀ ਲੱਗ ਰਿਹਾ ਕਿ ਔਰਤ ਸੁਰੱਖਿਅਤ ਨਹੀਂ ਹੈ। ਡਾਕਟਰ ਸਾਹਿਬ ਸਰ ਮੈਂ ਇਹਦਾ ਜਵਾਬ ਇਹ ਦਿੰਦੀ ਹਾਂ ਕਿ ਤੁਸੀਂ ਇੱਕ ਵਾਰੀ ਵਿਮਨ ਦੇ ਅੰਦਰ ਕੌਨਫੀਡੈਂਸ ਭਰ ਕੇ ਤਾਂ ਦੇਖੋ, ਤੁਸੀਂ ਉਹਨਾਂ ਦੀਆਂ ਸ਼ਿਕਾਇਤਾਂ ਦਾ ਨਿਵਾਰਨ ਤਾਂ ਕਰੋ। ਮੈਂ ਹੀ ਤਾਂ ਸਭ ਤੋਂ ਪਹਿਲਾਂ ਮੈਂ ਗੱਲ ਹੀ ਇੱਥੋਂ ਸ਼ੁਰੂ ਕੀਤੀ ਸੀ ਕਿ ਲੜਕੀਆਂ ਉਦੋਂ ਤੱਕ ਬੋਲਡ ਨਹੀਂ ਹੋ ਸਕਦੀਆਂ, ਹਰ ਗੱਲ ਜਿਹੜੀ ਹੈ ਉਹ ਸ਼ੇਅਰ ਨਹੀਂ ਕਰ ਸਕਦੀਆਂ ਜਦੋਂ ਤੱਕ ਜਿਹੜੀ ਉਹਨਾਂ ਨੇ ਸ਼ਿਕਾਇਤਾਂ ਕੀਤੀਆਂ ਹੈ ਕਿ ਉਹਦੇ ਤੇ ਕੋਈ ਐਕਸ਼ਨ ਲਿਆ ਜਾਂਦਾ ਹੈ ਕਿ ਨਹੀਂ। 90% ਕੇਸਿਸ ਦੇ ਵਿੱਚੋਂ ਮੈਡਮ ਨੇ ਹੁਣੀ ਦੱਸਿਆ ਹੈਗਾ ਕਿ 50% ਤਾਂ ਦਵਾਈ ਦਿੱਤੇ ਜਾਂਦੇ ਆ, ਉਹਨਾਂ ਤੇ ਕੋਈ ਐਕਸ਼ਨ ਹੀ ਨਹੀਂ ਹੁੰਦਾ। ਇਸ ਕਰਕੇ ਲੜਕੀਆਂ ਜਿਹੜੀਆਂ ਹੈ ਉਹ ਬੋਲਡ ਨਹੀਂ ਹੋ ਸਕਦੀਆਂ। ਉਹ ਸੋਚਦੀਆਂ ਕਿ ਕਹਿ ਕੇ ਵੀ ਸਾਡੀ ਸੁਣੀ ਨਹੀਂ ਜਾਣੀ, ਇਨਸਲਟ ਹੀ ਹੋਣੀ ਹੈ, ਸਾਨੂੰ ਬਹਿਣਾ ਹੀ ਪੈਣਾ ਹੈ, ਸਾਨੂੰ ਦਬਾਇਆ ਹੀ ਜਾਣਾ ਹੈ, ਤਾਂ ਬੈਟਰ ਹੈ ਤੁਸੀਂ ਚੁੱਪ ਰਹੋ। ਇਸ ਮੁੱਦੇ ਨੂੰ ਬਹੁਤ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ, ਰੂਲਸ ਬਹੁਤ ਸਟਰੋਂਗ ਬਣਾਉਣੇ ਚਾਹੀਦੇ ਹੈ। ਮਤਲਬ ਇਹ ਇੱਕ ਛੋਟਾ ਜਿਹਾ ਮੁੱਦਾ ਨਹੀਂ ਹੈ ਸਰ, ਇਹ ਹਰ ਲੈਵਲ ਦੇ ਉੱਤੇ ਹੈ। ਇਹ ਜਿਹੜਾ ਮੈਡਮ ਡਾਕਟਰ ਸਿੰਦਰ ਤੇ ਡਾਕਟਰ ਸੇਠ ਨੇ ਗੱਲ ਕੀਤੀ ਹੈ, ਹਰ ਲੈਵਲ ਦੇ ਉੱਤੇ ਹੈ ਸਭ ਕੁਝ। ਬਿਲਕੁਲ ਠੀਕ, ਥੈਂਕ ਯੂ ਡਾਕਟਰ ਸਾਹਿਬ। ਥੈਂਕ ਯੂ ਡਾਕਟਰ ਸਾਹਿਬ। ਫਿਰ ਆਪਾਂ ਇਸ ਸਵਾਲ ਤੇ ਹੁਣ ਡਾਕਟਰ ਜੋਤੀ ਸਰ, ਜਿੱਦਾਂ ਡਾਕਟਰ ਮੋਨੀ ਦਾ ਕਹਿਣਾ ਕਿ ਬੜਾ ਸੰਜੀਦਾ ਤੇ ਬਹੁਤ ਵੱਡਾ ਮੁੱਦਾ, ਇਹਦੇ ਬਾਰੇ ਕੋਈ ਦੋ ਰਾਏ ਨਹੀਂ। ਇੱਕ ਸਵਾਲ ਮੈਂ ਜਿਹੜੇ ਫੈਡਰੇਸ਼ਨ ਦੇ ਨਾਲ ਜੁੜਿਆ ਵਾ ਸਿੱਧੇ ਤੌਰ 'ਤੇ, ਕੇਂਦਰ ਦੇ ਖੇਡ ਮੰਤਰੀ ਹੈ ਉਹਨਾਂ ਵੱਲੋਂ ਗੱਲਬਾਤ ਵੀ ਕੀਤੀ ਜਾ ਰਹੀ ਹੈ, ਜਿਹੜੀਆਂ ਰੈਸਲਰਸ ਹੈਗੀਆਂ ਕੁੜੀਆਂ ਉਹਨਾਂ ਦੇ ਨਾਲ ਕਿ ਇਸ ਮਾਮਲੇ ਨੂੰ ਕਿਸੇ ਤਰੀਕੇ ਨਾਲ ਸੁਲਝਾਇਆ ਜਾਵੇ।
ਜਿੱਦਾਂ ਡਾਕਟਰ ਮੋਨੀ ਦਾ ਕਹਿਣਾ ਕਿ ਬੜਾ ਸੰਜੀਦਾ ਮਾਮਲਾ ਹੈ, ਇਸ ਮਾਮਲੇ ਨੂੰ ਕਿਸੇ ਪੱਧਰ ਤੇ ਰਾਜਸੀ ਰੰਗਤ ਦੇ ਕੇ ਵਿਗਾੜਿਆ ਗਿਆ ਤੇ ਇਹਦੇ ਨਤੀਜੇ ਮਾੜੇ ਨਿਕਲਣਗੇ ਸਾਡੀ ਸਪੋਰਟਸ ਦੇ ਉੱਤੇ ਵੀ ਤੇ ਸਾਡੇ ਦੇਸ਼ ਦੇ ਲਈ ਵੀ ਇਹ ਕੋਈ ਚੰਗਾ ਸ਼ੁਭ ਸ਼ਗਨ ਨਹੀਂ ਮੰਨਿਆ ਜਾਏਗਾ ਜਿਸ ਮਸਲੇ ਨੂੰ ਇਦਾਂ ਹੀ ਜਿਹੜਾ ਗੱਲਬਾਤ ਦੇ ਰਹੀ ਜਿਹੜਾ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਜੀ ਡਾਕਟਰ ਜੋਤੀ ਸੇਠ। ਮੈਂ ਐਡ ਕਰਨਾ ਚਾਹਾਂਗੀ ਮੋਨੀ ਜੀ ਦੀ ਗੱਲ ਦੇ ਨਾਲ ਕਿ ਕੁੜੀਆਂ ਨੂੰ ਅਸੀਂ ਸਟਰੋਂਗ ਕਿੱਦਾਂ ਬਣਾਵਾਂਗੇ। ਪੁਰਸ਼ਾਂ ਨੂੰ ਪਹਿਲੇ ਸੈਂਸਿਟਾਈਜ਼ ਕਰਨ ਦੀ ਜ਼ਰੂਰਤ ਹੈ। ਉਹਨਾਂ ਦੀ ਸੋਚ ਤੇ ਉਹਨਾਂ ਦੇ ਐਟੀਟਿਊਡਸ ਤੇ ਉਹਨਾਂ ਦੇ ਬਿਹੇਵੀਅਰ ਵਿੱਚ ਅੰਤਰ ਆਉਣਾ ਚਾਹੀਦਾ ਹੈ। ਤੇ ਤੁਸੀਂ ਜੋ ਕਹਿ ਰਹੇ ਹੋ ਕਿ ਇਹ ਸੁਲਝਾਉਣ ਵਾਲਾ ਮੁੱਦਾ ਨਹੀਂ ਹੈ। ਜਿੱਦਾਂ ਨਿਰਭਇਆ ਕੇਸ ਦੇ ਬਾਅਦ ਇੱਕ ਬਹੁਤ ਵੱਡਾ ਕਾਨੂੰਨ ਆਇਆ, ਐਸੀ ਤਰ੍ਹਾਂ ਸਾਰੇ ਪਕਸ਼ ਲੈ ਕੇ ਇੱਕ ਨਵਾਂ ਕਾਨੂੰਨ ਤੇ ਨਵੇਂ ਰੂਲਸ ਬਣਨੇ ਚਾਹੀਦੇ ਜਿਹਦੇ ਨਾਲ ਸਪੋਰਟਸ ਵਿਮਨ ਨੂੰ ਫਾਇਦਾ ਹੋਏ। ਜਿੱਦਾਂ ਅੰਜੂ ਬੌਬੀ ਜਾਰਜ ਹੈ, ਉਹਨੇ ਇੱਕ ਰეკਮੈਂਡੇਸ਼ਨ ਦਿੱਤੀ ਸੀ, ਸ਼ੀ ਇਜ਼ ਅ ਸਪੋਰਟਸ ਪਰਸਨ, ਕਿ ਯੂਨੀਫਾਰਮ ਨੈਸ਼ਨਲ ਸਪੋਰਟਸ ਡਿਵੈਲਪਮੈਂਟ ਕੋਡ ਹੋਣਾ ਚਾਹੀਦਾ ਹੈ ਤੇ ਇੱਕ ਵਿਮਨ ਹੈਲਪਲਾਈਨ ਸਪੈਸ਼ਲੀ ਫॉर ਸਪੋਰਟਸ ਵਿਮਨ ਹੋਣੀ ਚਾਹੀਦੀ ਹੈ ਤੇ ਸਪੈਸ਼ਲ ਜਿੱਦਾਂ ਐਨਜੀਓਜ਼ ਹੈਗੇ, ਕਾਉਂਸਲਰਸ ਹੈ, ਉਹਨਾਂ ਦੀ ਨਿਯੁਕਤੀ ਕੀਤੀ ਜਾਏ ਤਾਂ ਕਿ ਸਪੋਰਟਸ ਵਿਮਨ ਕੈਨ ਰੀਚ them। ਇਹ ਬਹੁਤ ਸਿਸਟੈਮਿਕ ਹੈ, ਇਹ ਸਿਰਫ ਸਪੋਰਟਸ ਵਿੱਚ ਨਹੀਂ ਹੈ, ਹਰ ਜਗ੍ਹਾ ਹੈ, ਹਰ ਖੇਤਰ ਵਿੱਚ ਹੈ। ਤੁਸੀਂ ਘਰ ਦੇ ਬਾਹਰ ਜਾਂਦੇ ਹੋ ਤਾਂ ਵੀ ਛੇੜਛਾੜ ਹੈ, ਘਰ ਦੇ ਅੰਦਰ ਵੀ ਸ਼ੋਸ਼ਣ ਹੈ ਤੇ ਇਹ ਸਿਸਟੈਮਿਕ ਮੁੱਦੇ ਨੂੰ ਸਾਨੂੰ ਬਹੁਤ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਕਿਉਂਕਿ ਪੁਰਸ਼ ਸਾਥੀਆਂ ਦੀ ਸੋਚ ਬਦਲਣਾ ਤੇ ਉਹਨਾਂ ਦੇ ਐਕਸ਼ਨਸ ਤੇ ਉਹਨਾਂ ਨੂੰ ਔਰਤ ਨੂੰ ਇੱਕ ਇਨਸਾਨ ਸਮਝਣਾ ਪਹਿਲੇ ਤੇ ਇਕੁਅਲ ਸਮਝਣਾ ਬਹੁਤ ਜ਼ਰੂਰੀ ਹੈ। ਜੀ ਸਾਡਾ ਕਨਸਟੀਟਿਊਸ਼ਨ ਵੀ ਇਹ ਕਹਿੰਦਾ that we are all but ਸਾਰੀ ਸਮਾਜ ਵਿੱਚ ਅਸਮਾਨਤਾ ਹਰ ਜਗ੍ਹਾ, ਹਰ ਖੇਤਰ ਵਿੱਚ, ਹਰ ਸੋਚ ਵਿੱਚ ਹੈ। ਇਹਨੂੰ ਵੀ ਓਵਰਕਮ ਕਰਨਾ ਬਹੁਤ ਜ਼ਰੂਰੀ ਹੈ ਐਂਡ ਡਾਇਲੌਗ ਐਂਡ ਕੰਟੀਨਿਊਸ ਕਨਵਰਸੇਸ਼ਨਸ जैसे जिद्दां तुसी टीवी दे चैनल्स राही करदे हो, ये कन्वर्सेशन से डायलॉग होना बहुत जरूरी है और जारी रहना चाहिए कि असी इस सिस्टमिक असमानता ते सबऑर्डिनेशन ऑफ विमेन नु जिन्नू कहंदे कि अच्छा औरत है तो कुछ भी कर लो, ਜਿਹੜੀ जेंडर बेस्ड वायलेंस हो यही हैगी है क्योंकि वो औरत है इसलिए ਉਹਦੇ ਉੱਤੇ वायलेंस हो रही है। ਇਹ ਨਹੀਂ ਅਸੀਂ ਕਹਿ ਰਹੇ ਕਿ ਪੁਰਸ਼ਾਂ ਤੇ वायलेंस नहीं ਹੁੰਦੀ, लेकिन हर पुरुष ਤੇ नहीं ਹੁੰਦੀ। किसी भी औरत ਨੂੰ ਸਮਝਦੇ ਕਿ ओके she can be controlled, but हर औरत ਦੀ ਇੱਕ ਆਇਡੈਂटिटी है, एक पहचान है। औरत ਨੂੰ स्ट्रांग बनाइए लेकिन पुरुषों ਦੀ सोच बदलनी बहुत ज्यादा जरूरी है। जी जी, थैंक यू वेरी मच डॉक्टर शिंदर। जो डॉक्टर ज्योति सेठ ने कहा कि भी पुरुषों की सोच बदलनी बहुत ਜ਼ਰੂਰੀ है, ਤੁਹਾਡਾ ਵੀ ਸਮਾਜਿਕ ਤੌਰ ਤੇ ਬੜਾ ਵਾਹ ਪੈਂਦਾ ਕਿ ਇਹ ਸੋਚ ਜਿਹੜੀ ਹੈਗੀ ਆ ਉਹਦੇ ਲਈ ਸਖਤ ਨਿਯਮ ਲਿਆਉਣੇ ਪੈਣਗੇ ਪਾਰਲੀਮੈਂਟ ਦੇ ਅੰਦਰ, ਸਟੇਟਾਂ ਦੇ ਅੰਦਰ, ਤਾਂ ਇਹ ਸੋਚ ਬਦਲੇਗੀ। ਜਾਂ ਜਿਹੜੀਆਂ ਸਰਕਾਰਾਂ ਹੈਗੀਆਂ ਉਹ ਪੋਲੀਟੀਕਲ ਤੌਰ ਤੇ ਜਿਹਨੂੰ ਚਾਹੁੰਦੀਆਂ ਮਿੱਟੀ ਪਾਉਂਦੀਆਂ, ਜਿਹੜੇ ਮੁੱਦਿਆਂ ਨੂੰ ਉਭਾਰਨਾ ਚਾਹੁੰਦੀਆਂ ਉਭਾਰਦੀਆਂ, ਜਦ ਤੱਕ ਉਹ ਸਿਸਟਮ ਤਬਦੀਲੀ ਨਹੀਂ ਆਏਗੀ ਇੱਦਾਂ ਦੇ ਮੰਦਭਾਗੇ ਕਾਰੇ ਵਾਪਰਦੇ ਰਹਿਣਗੇ। ਕਿਵੇਂ ਦੇਖਦੇ ਹੋ ਡਾਕਟਰ ਸਿੰਦਰ? ਦੇਖੋ, ਕਾਨੂੰਨ ਤਾਂ ਸਾਡੇ ਕੋਲ ਬਹੁਤ ਤਗੜੇ ਹੈਗੇ ਨੇ, ਗੱਲ ਇਹ ਹੈ ਕਿ ਉਹਨਾਂ ਨੂੰ ਤੋੜਨ ਦੇ ਢੰਗ ਤਰੀਕੇ ਸਾਨੂੰ ਪਹਿਲਾਂ ਹੀ ਆ ਜਾਂਦੇ ਨੇ। ਸੋ ਕਦੇ ਵੀ ਕਾਨੂੰਨ ਅਸੀਂ ਰਾਹੀਂ ਨਿਆਂ ਬਿਲਕੁਲ ਵੀ ਨਹੀਂ ਲੱਭ ਸਕਦੇ। ਦਾ ਮਤਲਬ ਹੈ ਕਿ ਸਭ ਤੋਂ ਜ਼ਰੂਰੀ ਤਾਂ ਇਹੋ ਚੀਜ਼ ਹੈ ਕਿ ਛੋਟੇ ਬੱਚੇ ਨੂੰ ਪਹਿਲਾਂ ਹੀ ਟ੍ਰੇਨ ਕੀਤਾ ਜਾਵੇ ਕੀ ਹੁੰਦਾ ਜੇ ਜੈਂਡਰ ਸੈਂਸਿਟਾਈਜੇਸ਼ਨ ਜਿਹਦੀ ਗੱਲ ਚੱਲ ਰਹੀ ਸੀ। ਸੋ ਟ੍ਰੇਨਿੰਗ ਤੇ ਉੱਥੋਂ ਸ਼ੁਰੂ ਹੋਣੀ ਪਏਗੀ ਤਾਂ ਕਿ ਸਾਡੀ ਸੋਚ ਵਿੱਚ ਤਬਦੀਲੀ ਆਏ, ਜੋ ਕਿ ਇਸ ਤਰ੍ਹਾਂ ਦੇ ਕਾਰੇ ਕਰਨ ਤੋਂ ਸਾਡੇ ਬੱਚੇ ਜਦੋਂ ਵੱਡੇ ਹੋਣ, ਜਵਾਨ ਹੋ ਰਹੇ ਹੋਣ, ਰੁਕ ਸਕਣ। ਪਰ ਇੱਕ ਅਹਿਮ ਗੱਲ ਜ਼ਰੂਰ ਸਾਂਝੀ ਕਰਦੇ ਹਾਂ ਜੋ ਬਿਲਕੁਲ ਵਾਕਈ ਕਿ ਅਸੀਂ ਕਸੂਰਵਾਰ ਜ਼ਰੂਰ ਇਹ ਚੀਜ਼ਾਂ ਨੂੰ ਠਹਿਰਾ ਰਹੇ ਹਾਂ, ਪਰ ਕਿਤੇ ਨਾ ਕਿਤੇ ਕਿਸੇ ਥਾਈਂ ਭਾਵੇਂ ਕੁਝ ਪ੍ਰਤੀਸ਼ਤ ਹੀ ਹੋਣ, ਔਰਤਾਂ ਵੱਲੋਂ ਵੀ ਕਦੇ ਨਾ ਕਦੇ ਤਾਂ ਕੋਈ ਗਲਤ ਕਦਮ ਚੁੱਕਿਆ ਹੀ ਜਾਂਦਾ ਹੈ। ਕਿਉਂਕਿ ਜਿਸ ਤਰੀਕੇ ਦੇ ਝੂਠੇ ਕੇਸ ਬਣਦੇ ਆਏ ਨੇ, ਜਿਨਸੀ ਸ਼ੋਸ਼ਣ ਦੇ ਵੀ ਝੂਠੇ ਕੇਸ ਬਣਾਏ ਜਾਂਦੇ ਨੇ ਕਿਸੇ ਨਾ ਕਿਸੇ ਨੂੰ ਫਸਾਉਣ ਲਈ, ਬਿਲਕੁਲ ਇੰਝ ਹੀ ਡਾਊਰੀ ਕੇਸਿਸ ਵੀ ਝੂਠੇ ਬਣੇ। ਸੋ ਉਹ ਭਾਵੇਂ ਪ੍ਰਤੀਸ਼ਤ ਗਿਣਤੀ 1 ਜਾਂ 2% ਹੀ ਕਿਉਂ ਨਾ ਹੋਵੇ, ਉਹ ਅਸਲ 'ਚ ਸਾਰੇ ਕੀਤੇ ਕਿਰਾਏ ਤੇ ਪਾਣੀ ਫਿਰ ਜਾਂਦਾ ਹੈ। ਕਿਉਂਕਿ ਜਿੰਨੇ ਵੀ ਕੋਈ ਜੈਨੂਇਨ ਕੇਸਿਸ ਨੇ ਉਹ ਭਾਵੇਂ 80% ਹੀ ਹੋਣ, ਇਹ 1 ਜਾਂ 2% ਜਿਹੜੀਆਂ ਹੁੰਦੀਆਂ ਨੇ ਇਸ ਤਰੀਕੇ ਦੇ ਕਰਨ ਵਾਲੀਆਂ, ਉਹ ਸਾਰੇ ਦਾ ਸਾਰਾ ਕੰਮ ਢਿੱਲਾ ਪਾ ਦਿੰਦੀਆਂ ਨੇ, ਜਿਸ ਕਾਰਨ ਹਰ ਇੱਕ ਦੇ ਉੱਤੇ ਇੱਕ ਕੁਐਸਚਨ ਮਾਰਕ ਸ਼ੁਰੂ ਹੋ ਜਾਂਦਾ ਕਿ ਇਹ ਵੀ ਸ਼ਾਇਦ ਗਲਤੀ ਦੱਸ ਰਹੇ ਹੋਣਗੇ। ਸੋ ਉਹਨਾਂ ਨੂੰ ਵੀ ਨੱਥ ਪਾਉਣੀ ਜ਼ਰੂਰੀ ਹੈ ਕਿ ਜਿਹੜੇ ਇਹ ਝੂਠ ਗੱਲ ਫੈਲਾਉਂਦੇ ਨੇ ਜਾਂ ਝੂਠ ਕੰਪਲੇਂਟਸ ਕਰਦੇ ਨੇ, ਉਹਨਾਂ ਨੂੰ ਵੀ ਹਰ ਹਾਲ ਵਿੱਚ ਸਾਨੂੰ ਰੋਕਣਾ ਚਾਹੀਦਾ। ਪਰ ਮੈਂ ਸਹੀ ਕਹਿ ਰਹੀ ਹਾਂ ਕਿ ਜਦ ਤੱਕ ਮੈਂ ਸਹਿਮਤ ਹਾਂ ਉਹਨਾਂ ਨਾਲ ਕਿ ਜਦ ਤੱਕ ਸਜ਼ਾਵਾਂ ਸਖਤ ਨਹੀਂ ਹੁੰਦੀਆਂ ਉਦੋਂ ਤੱਕ
ਕਿਸੇ ਵੀ ਹਾਲ ਵਿੱਚ ਇਹ ਚੀਜ਼ਾਂ ਰੁਕ ਨਹੀਂ ਸਕਦੀਆਂ। ਸੋ ਸਾਨੂੰ ਜ਼ਰੂਰਤ ਹੈ ਕਿ ਕਾਨੂੰਨ ਜਿੱਥੇ ਕਿ ਚੋਰ ਮੋਰੀਆਂ ਨਾ ਹੋਣ ਉਸ ਤਰੀਕੇ ਇਹਨਾਂ ਨੂੰ ਫੜਿਆ ਜਾਵੇ, ਤੇ ਜਿਸ ਤਰੀਕੇ ਇਹ ਸਾਹਮਣੇ ਆ ਕੇ ਮੀਡੀਆ ਦੇ ਵਿੱਚ ਜਿਸ ਤਰੀਕੇ ਦੀ, ਖਿਮਾ ਕਰਿਓ ਸ਼ਬਦ ਮੈਂ ਵਰਤ ਰਹੀ ਹਾਂ, ਬਕਵਾਸ ਕਰਦੇ ਨੇ ਜੋ ਆਪ ਜਿਨਸੀ ਸ਼ੋਸ਼ਣ ਕਰਨ ਬਾਅਦ ਵੀ ਮੀਡੀਆ ਨੂੰ ਵੀ ਇਹਨਾਂ ਨੂੰ ਬੜਾ ਬਿਲਕੁਲ ਬੜਾ ਤਜਰਬਾ ਹੈ। ਚਾਹੀਦਾ। ਮੈਂ ਨਹੀਂ, ਮਾਫੀ ਵਾਲੀ ਕੋਈ ਗੱਲ ਨਹੀਂ, ਕਿਉਂਕਿ ਸਮਾਜ ਦੇ ਹਰ ਅੰਗ ਦੇ ਵਿੱਚ, ਚਾਹੇ ਪੋਲੀਟੀਸ਼ੀਅਨ ਹੈ ਜਿੱਦਾਂ ਤੁਸੀਂ ਖੁਦ ਹੀ ਕਿਹਾ, ਚਾਹੇ ਜੁਡੀਸ਼ਰੀ ਹੈ, ਚਾਹੇ ਜਿਹੜਾ ਹੈਗਾ ਇਸੇ ਤਰੀਕੇ ਨਾਲ ਜਿਹੜਾ ਮੀਡੀਆ ਦੇ ਵੀ ਇੱਕ ਵੱਡਾ ਹਿੱਸਾ, ਇੱਦਾਂ ਦੇ ਵਰਤਾਰੇ ਜੋ ਵਾਪਰਦੇ ਆ ਤਾਂ ਬਿਲਕੁਲ ਠੀਕ ਹੈ, ਆਲੋਚਨਾ ਹੋਣੀ ਚਾਹੀਦੀ ਹੈ ਇਸ ਮੁੱਦੇ ਤੇ। ਬਿਲਕੁਲ, ਤੇ ਉਹਨਾਂ ਨੂੰ ਜਿਸ ਦਿਨ ਮੀਡੀਆ ਨੇ ਵੀ ਬਾਈਕਾਟ ਕਰਨਾ ਸ਼ੁਰੂ ਕਰ ਦਿੱਤਾ ਇਸ ਤਰ੍ਹਾਂ ਦੇ ਲੋਕਾਂ ਨੂੰ ਕਿ ਤੁਸੀਂ ਇਹ ਕੀਤਾ ਤੇ ਅਸੀਂ ਤੁਹਾਡੀ ਬਿਲਕੁਲ ਗੱਲ ਨਹੀਂ ਸੁਣਾਂਗੇ, ਜ਼ਰੂਰ ਉਸੇ ਦਿਨ ਤਬਦੀਲੀ ਸ਼ੁਰੂ ਹੋਏਗੀ, ਕਿਉਂਕਿ ਉਹਨਾਂ ਨੂੰ ਵੀ ਆਖਰ ਕਿਤੋਂ ਨਾ ਕਿਤੋਂ ਉੱਪਰੋਂ ਸਪੋਰਟ ਜਾਪਦੀ ਹੈ ਕਿ ਸਾਨੂੰ ਉਹ ਪਿੱਛੋਂ ਹੈ ਸਪੋਰਟ। ਇਸੇ ਕਾਰਨ ਅਸੀਂ ਲਗਾਤਾਰ ਇਹ ਚੀਜ਼ ਜਾਰੀ ਰੱਖ ਸਕਦੇ ਹਾਂ, ਔਰਤ ਨੂੰ ਦੱਬ ਸਕਦੇ ਹਾਂ, ਪਰ ਸ਼ਾਇਦ ਉਹ ਕਿਤੇ ਨਾ ਕਿਤੇ ਭੁੱਲ ਜਾਂਦੇ ਨੇ ਕਿ ਔਰਤ ਹੀ ਤਾਂ ਜਨਮਦਾਤੀ ਏ, ਕਿੰਨਾ ਕੁ ਦੱਬੋਗੇ। ਅਖੀਰ ਇਹ ਵਿਦਰੋਹ ਤੇ ਜਦੋਂ ਉੱਠੇ, ਕਿਉਂਕਿ ਜਦੋਂ ਅੱਤ ਹੋ ਜਾਏ ਤਾਂ ਫਿਰ ਇਸ ਜ਼ੁਲਮ ਦੇ ਵਿਰੁੱਧ ਆਵਾਜ਼ ਬਹੁਤ ਤਗੜੀ ਉੱਠਦੀ ਜੇ, ਤੇ ਉਸੇ ਤਰ੍ਹਾਂ ਹੀ ਔਰਤ ਹੁਣ ਜਾਗ ਚੁੱਕੀ ਏ, ਨਿੱਕੀਆਂ ਨਿੱਕੀਆਂ ਬੇਟੀਆਂ ਵੀ ਆਵਾਜ਼ ਚੁੱਕਣ ਲੱਗੀਆਂ ਨੇ, ਮੁਬਾਰਕ ਕਦਮ ਹੈ। ਬਹੁਤ ਜਿਸ ਮੁੱਦੇ ਤੇ ਆਪਾਂ ਗੱਲ ਕਰ ਰਹੇ ਹਾਂ ਡਾਕਟਰ ਸਾਹਿਬ, ਬਿਲਕੁਲ ਠੀਕ ਤੁਸੀਂ ਫਰਮਾ ਰਹੇ ਹੋ। ਆਪਾਂ ਡਾਕਟਰ ਮੋਨੀ ਦੇ ਕਮੈਂਟਸ ਵੀ ਲੈਂਦੇ ਹਾਂ। ਡਾਕਟਰ ਮੋਨੀ, ਸਿੱਧੇ ਤੌਰ ਤੇ ਜਿਸ ਤਰੀਕੇ ਨਾਲ ਆਪਾਂ ਗੱਲ ਕਰਦੇ ਹਾਂ, ਵਿਮਨ ਜਿਹੜੀਆਂ ਰੈਸਲਰ ਹੈਗੀਆਂ, ਉਹਨਾਂ ਵੱਲੋਂ ਜਿਹੜੇ ਸਵਾਲ ਕੀਤੇ ਗਏ, ਉਹ ਕਹਿੰਦੇ ਜੇ ਸਾਨੂੰ ਇਨਸਾਫ ਨਹੀਂ ਮਿਲੇਗਾ ਤਾਂ ਅਸੀਂ ਅੱਗੇ ਲੜਾਈ ਲੜਾਂਗੇ, FIR ਵੀ ਦਰਜ ਹੋ ਸਕਦੀ ਹੈ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਸਾਨੂੰ ਪ੍ਰਾਈਮ ਮਿਨਿਸਟਰ, ਸਾਨੂੰ ਹੋਮ ਮਿਨਿਸਟਰ ਸਮਾਂ ਦੇਵੇ, ਅਸੀਂ ਫੇਸ ਟੂ ਫੇਸ ਜਿਹੜਾ ਹੈਗਾ ਸਾਰੇ ਫੈਕਟਸ ਕਿਹੜੀਆਂ ਕਿਹੜੀਆਂ ਕੁੜੀਆਂ ਨਾਲ ਜ਼ਿਆਦਤੀਆਂ ਹੋਈਆਂ ਉਹ ਸਾਹਮਣੇ ਰੱਖਾਂਗੇ। ਕੀ ਲੱਗਦਾ ਕਿ ਇਸ ਮਾਮਲੇ ਤੇ ਕੇਂਦਰ ਸਰਕਾਰ ਨੂੰ ਸੰਜੀਦਗੀ ਨਾਲ ਇਸ ਮੁੱਦੇ 'ਚ ਦਖਲ ਦੇਣ ਦੀ ਜ਼ਰੂਰਤ ਹੈ, ਕਿਉਂਕਿ ਕੇਵਲ ਜਿਹੜਾ ਹੈਗਾ ਕਿਸੇ ਸੁਨੇਹਿਆਂ ਦੇ ਰਾਹੀਂ ਮਸਲਿਆਂ ਦੇ ਹੱਲ ਹੁੰਦੇ, ਉੱਥੇ ਫਿਰ ਬਹੁਤ ਵੱਡੇ ਸਵਾਲ ਉੱਠਦੇ ਹੈ। ये बिल्कुल ठीक है। अगर बच्चे जाना चाहते हैं उन्होंने जरूर जाना चाहिए। सरकार ਨੂੰ ਪਤਾ ਲੱਗੇ ਕਿ ਉਹਨਾਂ ਦੇ ਨੀਚੇ ਕੰਮ ਕਰਨ ਵਾਲੇ ਨੀਚੇ ਕੀ ਹੋ ਰਿਹਾ ਹੈ। ਇਹ ਉਹਨਾਂ ਦਾ ਰਾਈਟ ਹੈ। FIR ਲੌਂਚ ਕਰਨਾ ਵੀ ਉਹਨਾਂ ਦਾ ਰਾਈਟ ਹੈ, ਇਨਸਾਫ ਲੈਣਾ ਵੀ ਉਹਨਾਂ ਦਾ ਰਾਈਟ ਹੈ। ਮੇਰਾ ਤਾਂ 100% ਹੈ ਕਿ ਬੱਚਿਆਂ ਨੂੰ ਜ਼ਰੂਰ ਅੱਗੇ ਮੂਵ ਕਰਨਾ ਚਾਹੀਦਾ, ਕਿਤੇ ਵੀ ਕਿਸੇ ਵੀ ਸਟੈਪ ਦੇ ਉੱਤੇ ਕੰਪਰੋਮਾਈਜ਼ ਨਹੀਂ ਕਰਨਾ ਚਾਹੀਦਾ। ਜਿੱਥੇ ਬੱਚਾ ਕੰਪਰੋਮਾਈਜ਼ ਕਰਦਾ ਹੈ, ਸਪੋਰਟਸ ਪਰਸਨ ਕਰਦੇ ਆ, ਉੱਥੇ ਹੀ ਉਹਨਾਂ ਨੂੰ ਦਬਾ ਦਿੱਤਾ ਜਾਂਦਾ ਹੈ। ਤਾਂ ਕੰਪਰੋਮਾਈਜ਼ ਦੀ ਤਾਂ ਕੋਈ ਗੱਲ ਹੀ ਨਹੀਂ ਹੈ। ਇਸ ਕਰਕੇ ਉਹਨਾਂ ਨੂੰ ਜ਼ਰੂਰ ਜਾਣਾ ਚਾਹੀਦਾ ਹੈ। ਆਪਣੇ ਹਰ ਪ੍ਰਸ਼ਨ ਦਾ, ਆਪਣੇ ਹਰ ਸਵਾਲ ਦਾ ਜਵਾਬ ਜਿਹੜਾ ਉਹ ਸਰਕਾਰ ਕੋਲੋਂ ਲੈਣਾ ਚਾਹੀਦਾ ਹੈ। ਸਰਕਾਰ ਨੂੰ ਵੀ ਦੇਣਾ ਚਾਹੀਦਾ ਇਹਨਾਂ ਗੱਲਾਂ ਦਾ ਜਵਾਬ, ਤਾਂ ਹੀ ਸਰਕਾਰ ਥੋੜੀ ਸਟ੍ਰਿਕਟ ਹੋਏਗੀ। ਅਦਰਵਾਈਜ਼ ਤਾਂ ਕੋਈ ਫਾਇਦਾ ਨਹੀਂ ਹੈ ਕਿ ਧਰਨੇ ਤੇ ਬੈਠ ਗਏ ਫਿਰ ਉੱਠ ਗਏ ਕੰਪਰੋਮਾਈਜ਼ ਕਰਕੇ, ਨੋ ਯੂਜ਼। ਜੀ ਡਾਕਟਰ ਸਾਹਿਬ, ਇੱਕ ਸਵਾਲ ਹੋਰ, ਕਿਉਂਕਿ ਤੁਸੀਂ ਆਪ ਵੀ ਸਪੋਰਟਸ ਨਾਲ ਜੁੜੇ ਹੋਏ ਹੋ, ਦੇਖੋ ਜਿਹੜੀਆਂ ਮਹਿਲਾ ਰੈਸਲਰਸ ਜਿਨ੍ਹਾਂ ਵੱਲੋਂ ਐਲੀਗੇਸ਼ਨ ਲਗਾਏ ਗਏ ਹੈ, ਉਹ ਕਈ ਉਹਨਾਂ 'ਚੋਂ ਇਸ ਤਰ੍ਹਾਂ ਜਿਨ੍ਹਾਂ ਦੇ ਪਰਿਵਾਰ ਜਿਹੜੇ ਕਿ ਬੜੇ ਇਸ ਮਾਮਲੇ 'ਚ ਜਿਨ੍ਹਾਂ ਦਾ ਨਾਮ ਨਾਂ ਹੈਗਾ, ਕਿਤਾਬਾਂ ਲਿਖੀਆਂ ਗਈਆਂ। ਇਸੇ ਤਰੀਕੇ ਨਾਲ ਆਪਾਂ ਬਜਰੰਗ ਪੂਨੀਆ ਦੀ ਗੱਲ ਕਰ ਲਈਏ, ਮਲਕ ਦੀ ਗੱਲ ਕਰ ਲਈਏ, ਜਦੋਂ ਇੱਦਾਂ ਦੇ ਜਿਹੜੇ ਖਿਡਾਰੀ ਹੈਗੇ ਉਹਨਾਂ ਵੱਲੋਂ ਦੋਸ਼ ਲਗਾਏ ਜਾਣ ਤਾਂ ਇਹ ਗੱਲ ਬਹੁਤ ਹੀ ਅਸਧਾਰਨ ਹੈ, ਕੋਈ ਸਧਾਰਨ ਦੋਸ਼ ਨਹੀਂ ਹੈ। ਸਰਕਾਰ ਦੀ ਸੰਜੀਦਗੀ, ਕਿਉਂਕਿ ਮੀਡੀਆ ਦਾ ਦੇਖੋ ਤੁਸੀਂ ਵੀ ਕਿਹਾ ਕਿ ਨੋਟਸ ਨਹੀਂ ਲੈ ਰਹੇ ਜਾਂ ਮੀਡੀਆ ਦਾ ਰੋਲ ਸਹੀ ਨਹੀਂ ਹੁੰਦਾ ਕਈ ਵਾਰੀ, ਪਰ ਹੁਣ ਜਿਹੜੇ ਮੁੱਦੇ ਹੈਗੇ ਆ ਮੀਡੀਆ ਵੱਲੋਂ ਪੂਰਾ ਇਹਨਾਂ ਮੁੱਦਿਆਂ ਨੂੰ ਉਭਾਰਿਆ ਵੀ ਜਾ ਰਿਹਾ ਔਰ ਨੋਟਸ ਵੀ ਲਿਆ ਜਾ ਰਿਹਾ। ਹੁਣ ਅਗਲਾ ਸਟੈਪ ਇਹ ਹੈ ਕਿ ਸਰਕਾਰ ਇਹਨਾਂ ਮੁੱਦਿਆਂ 'ਤੇ ਕਿੰਨਾ ਕੁ ਨੋਟਸ ਲੈਂਦੀ ਹੈ, ਇਹ ਵੀ ਦੇਖਣ ਵਾਲੀ ਗੱਲ ਹੈ ਡਾਕਟਰ ਸਾਹਿਬ। ਨਹੀਂ, ਸਰਕਾਰ ਨੂੰ ਲੈਣਾ ਚਾਹੀਦਾ ਹੈ। ਮੇਰੇ ਖਿਆਲ ਦੇ ਵਿੱਚ ਤਾਂ ਸਰਕਾਰ ਜ਼ਰੂਰ ਲਏਗੀ। ਅਗਰ ਇੰਨੇ ਗੰਭੀਰ ਮੁੱਦੇ ਹੈ, ਸਰਕਾਰ ਨੂੰ ਜਵਾਬ ਤਾਂ ਦੇਣਾ ਹੀ ਪਏਗਾ। ਬੱਚਿਆਂ ਨੂੰ ਕੰਪਰੋਮਾਈਜ਼ ਨਹੀਂ ਕਰਨਾ ਚਾਹੀਦਾ ਬਿਲਕੁਲ ਵੀ। ਮੈਂ ਬਾਰ-ਬਾਰ ਇਹੀ ਗੱਲ ਕਹਿ ਰਹੀ ਹਾਂ। ਜੀ ਥੈਂਕ ਯੂ ਵੈਰੀ ਮਚ। ਡਾਕਟਰ ਜੋਤੀ ਸੇਠ, ਇੱਕ ਸਵਾਲ ਜਿਹੜਾ ਹੈਗਾ ਡਾਕਟਰ ਸ਼ਿੰਦਰ ਹੋਣਾ ਨੇ ਵੀ ਇਸ ਮੁੱਦੇ 'ਤੇ ਜ਼ੋਰ ਦੇ ਕੇ ਗੱਲ ਕਹੀ ਹੈ ਕਿ ਪੋਲੀਟੀਕਲ ਲੀਡਰਸ਼ਿਪ 'ਚ ਜਦ ਤੱਕ ਔਰਤਾਂ ਅੱਗੇ ਨਹੀਂ ਆਉਣਗੀਆਂ, ਇਸ ਤਰ੍ਹਾਂ ਦੇ ਜਿਨਸੀ ਸ਼ੋਸ਼ਣ ਜਾਂ ਇੱਦਾਂ ਦੀਆਂ ਮੰਦਭਾਗੀਆਂ ਘਟਨਾਵਾਂ ਵਾਪਰਦੀਆਂ ਰਹਿਣਗੀਆਂ ਜਦ ਤੱਕ ਉਹ ਲੀਡਿੰਗ ਪੋਜੀਸ਼ਨ 'ਚ ਨਹੀਂ ਆਉਣਗੀਆਂ। ਬਿਲਕੁਲ ਸਹੀ ਹੈ, ਕਿਉਂਕਿ ਜਦ ਤੱਕ ਆਰਥਿਕ ਸੱਤਾ ਤੇ ਰਾਜਨੀਤਿਕ ਸੱਤਾ ਔਰਤ ਕੋਲ ਨਹੀਂ ਹੈ ਤਦ ਤੱਕ ਉਹਦਾ ਸੋਸ਼ਲ ਸਟੇਟਸ ਤੇ ਸੋਸ਼ਲ ਸੱਤਾ ਨਹੀਂ ਮਿਲਦੀ। ਉਹਦੀ ਆਈਡੈਂਟੀਟੀ ਫਾਰਮੇਸ਼ਨ ਤਦ ਹੀ ਪਾਵਰਫੁਲ ਹੋਏਗੀ ਜਦ ਉਹਦੇ ਕੋਲ ਆਪਣੀ ਆਰਥਿਕ ਰਿਸੋਰਸਿਸ ਹੋਣਗੇ, ਪੋਲੀਟੀਕਲ ਪਾਵਰ ਹੋਏਗੀ, ਤਾਂ ਹੀ ਲੋਕੀ ਉਹਨੂੰ ਸੁਣਨਗੇ। ਐਂਡ ਦ੍ਰਿਸ਼ਟੀਕੋਣ ਠੀਕ ਹੋਣਾ ਚਾਹੀਦਾ। ਸਭ ਤੋਂ ਇੰਪੋਰਟੈਂਟ ਚੀਜ਼ ਇਹ ਹੈ, ਕਿਉਂਕਿ ਪਿਤਰੀ ਸੱਤਾ ਔਰਤ ਦੇ ਥਰੂ ਵੀ ਤਾਂ ਰਨ ਕਰਦੀ ਹੈ। ਔਰਤ ਨੂੰ ਜਸਟ ਐਂਡ ਇਕੁਅਲ ਸੁਸਾਇਟੀ ਲਈ ਕੰਮ ਕਰਨਾ ਬਹੁਤ ਜ਼ਰੂਰੀ ਹੈ,
ਪੋਲੀਟੀਕਲ ਪਾਵਰ ਔਰ ਇਕਨੋਮਿਕ ਪਾਵਰ ਬਹੁਤ ਜ਼ਿਆਦਾ ਅਹਿਮ ਰੋਲ ਪਲੇ ਕਰਦੀ ਹੈ। ਐਂਡ ਤੁਸੀਂ ਜੇ ਦੇਖੋ ਮੋਇਨੀ ਜੀ ਨੂੰ ਕਿ 80% ਲੜਕੀਆਂ ਤਾਂ ਸ਼ਿਕਾਇਤ ਵੀ ਨਹੀਂ ਕਰਦੀਆਂ, ਉਹ ਕਿਸੇ ਨੂੰ ਦੱਸਦੀਆਂ ਵੀ ਨਹੀਂ। ਜਿਹੜੇ ਕੰਪਲੇਂਟਸ ਆ ਰਹੀਆਂ ਮੇ ਬੀ ਓਨਲੀ 10% ਹੈਵ ਗਿਵਨ ਕੰਪਲੇਂਟਸ। ਮੇਰੀ ਆਪਣੀ ਇੱਕ ਸਟੂਡੈਂਟ ਸੀ ਜੋ ਨੈਸ਼ਨਲ ਯੋਗਾ ਟੀਮ ਵਿੱਚ ਸੀਗੀ, ਤੇ ਉਹਦੇ ਕੋਚ ਨੇ ਉਹਨੂੰ ਸੈਕਸ਼ੂਅਲ ਫੇਵਰ ਲਈ ਕਿਹਾ ਤੇ ਉਹਨੂੰ ਥੱਪੜ ਮਾਰ ਕੇ ਆ ਗਈ। ਉਹਦਾ ਸਾਰਾ ਕਰੀਅਰ ਖਰਾਬ ਹੋ ਗਿਆ, ਉਹਦੀ ਲਾਈਫ ਵੀ ਖਰਾਬ ਹੋ ਗਈ ਬਿਕੋਜ਼ ਸ਼ੀ ਹੈਡ ਲੋਟ ਆਫ ਐਸਪੀਰੇਸ਼ਨਸ। ਬਟ ਉਹਦਾ ਕਿਸੇ ਨੂੰ ਨਹੀਂ ਪਤਾ। ਇਹੋ ਜਿਹੇ ਹਜ਼ਾਰਾਂ ਕੇਸਿਸ ਹੋਣਗੇ। ਇਸ ਲਈ ਦਾਤ ਦੇਣੀ ਚਾਹੀਦੀ ਹੈ ਇਹਨਾਂ ਐਥਲੀਟ ਵਿਮਨ ਲਈ ਔਰ ਇਹਨਾਂ ਦੀ ਸੀਨੀਅਰਸ ਨੂੰ, ਜੋ ਕਿ ਇਹ ਮੁੱਦੇ ਨੂੰ ਲੈ ਕੇ ਜੰਤਰ ਮੰਤਰ ਤੱਕ ਪਹੁੰਚੇ। ਜੀ ਥੈਂਕ ਯੂ ਵੈਰੀ ਮਚ। ਇਹਦਾ ਕੋਈ ਵੀ ਸਮਝੌਤਾ ਪੋਸੀਬਲ ਨਹੀਂ ਹੈ। A crime is a crime. Sexual harassment is sexual harassment. It is against the dignity of a woman and it is punishable. Thank you very and much. Therefore, strict action should be taken. I think the whole society is with these young sportswomen. ਜੀ ਡਾਕਟਰ ਸਿੰਦਰ, ਆਪਾਂ ਨੂੰ ਸਮਾਂ ਵੀ ਇਜਾਜ਼ਤ ਨਹੀਂ ਦੇ ਰਿਹਾ, ਪਰ ਇੱਕ ਸਵਾਲ ਜ਼ਰੂਰ ਮੈਂ ਤੁਹਾਡੇ ਕੋਲੋਂ, ਜਦੋਂ ਪੋਲੀਟੀਕਲ ਵਿਲ ਦੀ, ਪੋਲੀਟੀਕਲ ਲੀਡਰਸ਼ਿਪ ਦੀ ਗੱਲ ਕਰਦੇ ਹਾਂ, ਕੀ ਇਹ ਕਾਫੀ ਹੈ? ਆਪਾਂ ਪੰਜਾਬ 'ਚ ਬੈਠੇ ਹਾਂ, ਆਪਾਂ ਸਾਰੇ ਜਾਣਦੇ ਹਾਂ ਕਿ ਜਦੋਂ ਪੰਚਾਇਤਾਂ 'ਚ ਔਰਤਾਂ ਨੂੰ ਅਧਿਕਾਰ ਦਿੱਤੇ ਗਏ ਤਾਂ ਉਹਨਾਂ ਦੇ ਪਤੀਆਂ ਵੱਲੋਂ ਪੰਚਾਇਤਾਂ 'ਚ ਲਾਈਆਂ ਜਾਂਦੀਆਂ, ਅਤੇ ਅਕਸਰ ਬੜਾ ਇਹ ਵਰਡ ਜਿਹੜਾ ਬੜਾ ਮਸ਼ਹੂਰ ਹੋਇਆ ਕਿ ਪਤੀ ਸਰਪੰਚ ਜਿਹੜੇ ਹੈਗੇ ਆ। ਅਤੇ ਜੇ ਪਤੀ ਸਰਪੰਚ ਬਣਦੇ ਰਹਿਣਗੇ ਤਾਂ ਫਿਰ ਕੇਵਲ ਜਿਹੜਾ ਹੈਗਾ ਸੱਤਾ ਦੇ ਵਿੱਚ ਆਉਣ ਦੇ ਨਾਲ ਗੱਲ ਬਣਦੀ ਵੀ ਨਜ਼ਰ ਨਹੀਂ ਆਉਂਦੀ। ਡਾਕਟਰ ਸਿੰਦਰ, ਬਹੁਤ ਵੱਡਾ ਸਵਾਲ ਹੈ ਇਸ ਮੁੱਦੇ ਤੇ। ਬਿਲਕੁਲ ਮੈਂ ਤੁਹਾਡੇ ਨਾਲ 100% ਸਹਿਮਤ ਹਾਂ ਕਿ ਔਰਤ ਦੇ ਹੱਥ ਸਿਰਫ ਇੱਕ ਪਾਵਰ ਦੇਣ ਨਾਲ ਹੀ ਉਹ ਪਾਵਰਫੁਲ ਨਹੀਂ ਹੋ ਜਾਂਦੀ। ਉਹਦੇ ਮਨ ਅੰਦਰ ਜੋ ਸਦੀਆਂ ਤੋਂ ਇਹ ਦਿਮਾਗ ਵਿੱਚ ਉਹਦੇ ਵਸਾ ਦਿੱਤਾ ਗਿਆ ਹੈ ਕਿ ਤੂੰ ਅਧੀਨਗੀ ਦੇ ਹੇਠ ਹੀ ਜ਼ਿੰਦਗੀ ਕੱਢਣੀ ਹੈ। ਪਹਿਲਾਂ ਆਪਣੇ ਪੁੱਤਰ ਦੀ ਅਧੀਨਗੀ, ਪਤੀ ਦੀ ਅਧੀਨਗੀ, ਫਿਰ ਅੱਗੋਂ ਯਾਨੀ ਪਹਿਲਾਂ ਆਪਣੇ ਪਿਤਾ ਦੀ ਅਧੀਨਗੀ, ਫਿਰ ਪਤੀ ਦੀ, ਤੇ ਫਿਰ ਅਖੀਰ ਬੁਢੇਪੇ ਵਿੱਚ ਪੁੱਤਰ ਦੀ ਅਧੀਨਗੀ। ਸੋ ਜਦ ਤੱਕ ਔਰਤ ਨੂੰ ਇਹ ਨਹੀਂ ਕਿਹਾ ਜਾਂਦਾ ਤੂੰ ਮੁਕੰਮਲ ਹੈ, ਆਪਣੇ ਆਪ ਕਰ ਸਕਦੀ ਹੈ, ਤੈਨੂੰ ਕਿਸੇ ਦੀ ਅਧੀਨਗੀ ਦੀ ਲੋੜ ਨਹੀਂ, ਉਦੋਂ ਤੱਕ ਖਿਮਾ ਕਰਿਓ ਭਾਵੇਂ ਉਹਨੂੰ ਕਿੰਨੀ ਵੀ ਤਗੜੀ ਪਾਵਰ ਦੇ ਦਿੱਤੀ ਜਾਵੇ, ਉਹ ਫਿਰ ਉਸੇ ਅਧੀਨਗੀ ਦੇ ਹੇਠ ਹੀ ਦੱਬੀ ਰਹਿ ਜਾਏਗੀ, ਕਿਉਂਕਿ ਕਿਤੇ ਨਾ ਕਿਤੇ ਮਾਨਸਿਕ ਪੱਖੋਂ ਕਮਜ਼ੋਰ ਹੈ। ਜ਼ਰੂਰੀ ਹੈ ਉਹਨੂੰ ਮਾਨਸਿਕ ਪੱਖੋਂ ਤਗੜਾ ਕਰਨਾ। ਪਰ ਮੈਂ ਇੱਕ ਆਖਰੀ ਲਾਈਨ ਦੱਸ ਦਿਆਂ, ਅੱਜ ਤੱਕ ਔਰਤ ਦੇ ਹੱਕ ਵਿੱਚ ਜਿੰਨੀ ਵਾਰ ਤਗੜੀ ਆਵਾਜ਼ ਉੱਠੀ ਹੈ, ਕਿਸੇ ਨਾ ਕਿਸੇ ਪੁਰਸ਼ ਵੱਲੋਂ ਚੁੱਕੀ ਗਈ ਹੈ। ਸਿਜਦਾ ਹੈ ਇਸ ਪੁਰਸ਼ ਪ੍ਰਧਾਨ ਸਮਾਜ ਵਿੱਚ ਵੀ ਕਿ ਉਹ ਜਦੋਂ ਵੀ ਕਦੇ ਨਾ ਕਦੇ ਜ਼ਰੂਰ ਆਪਣੀ ਅਣਖ ਜਗਾਉਂਦੇ ਨੇ ਤੇ ਔਰਤ ਪ੍ਰਤੀ ਹੁੰਦੇ ਜੁਰਮਾਂ ਦੇ ਵਿੱਚ ਤਗੜੀ ਆਵਾਜ਼ ਚੁੱਕ ਕੇ ਉਹਨਾਂ ਮਰਦਾਂ ਦੇ ਖਿਲਾਫ ਵੀ ਸ਼ਾਮਲ ਹੁੰਦੇ ਨੇ ਕਿ ਗਲਤ ਹੈ। ਤਾਂ ਇਹ ਚੁੱਪੀ ਜੇ ਹੋਰ ਵੀ ਸਾਡੇ ਪੁਰਸ਼ ਤੋੜ ਦੇਣ ਤਾਂ ਕਮਾਲ ਹੀ ਹੋ ਜਾਏ ਸਮਾਜ ਵਿੱਚ। ਜੀ ਲਾਸਟ ਕਮੈਂਟ ਡਾਕਟਰ ਮੋਨੀ, ਕਿਵੇਂ ਦੇਖਦੇ ਹੋ ਡਾਕਟਰ ਸਿੰਦਰ ਨੇ ਕਿਹਾ ਕਿ ਮਰਦਾਂ ਵੱਲੋਂ ਵੀ ਭੂਮਿਕਾ ਨਿਭਾਈ ਜਾ ਸਕਦੀ ਹੈ? 100% ਐਗਰੀਡ, 100% ਐਗਰੀ ਕਰਦੀ ਮੈਡਮ ਦੇ ਨਾਲ। ਥੈਂਕ ਯੂ ਵੈਰੀ ਮਚ। ਜਿਹੜਾ ਹੈਗਾ ਲਾਸਟ ਕਮੈਂਟ ਡਾਕਟਰ ਜੋਤੀ ਸੇਠ ਇਸੇ ਮੁੱਦੇ ਤੇ ਕਿ ਮਰਦਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ ਜੇ ਔਰਤਾਂ ਨੂੰ ਬਰਾਬਰੀ ਦੇ ਅਧਿਕਾਰਾਂ ਦੀ ਆਪਾਂ ਗੱਲ ਕਰਦੇ ਹਾਂ। ਜੀ ਬਿਲਕੁਲ, ਮਰਦਾਂ ਦੀ ਪਾਰਟਨਰਸ਼ਿਪ ਤਾਂ ਬਹੁਤ ਜ਼ਰੂਰੀ ਹੈ। ਬਦਲੀ ਹੋਈ ਸੋਚ ਵਾਲੇ ਮਰਦ ਇਕੁਅਲੀ ਸੈਂਸਿਟਿਵ ਹੈ ਜਿੱਦਾਂ ਔਮਨ ਸੈਂਸਿਟਿਵ ਹੈ, ਤੇ ਇੱਕ ਸਮਾਨਤਾ ਤੇ ਮਿਊਚੁਅਲ ਰਿਸਪੈਕਟ ਹੋਣੀ ਬਹੁਤ ਜ਼ਰੂਰੀ ਹੈ, ਕਿਉਂਕਿ ਇਮੋਸ਼ਨਲ ਔਰ ਮੈਂਟਲ ਸਟਰੈਂਥ ਤਾਂ ਇੱਕ ਦੂਸਰੇ ਤੋਂ ਲੈਂਦੇ ਆ ਅਸੀਂ, ਲੇਕਿਨ ਜਦ ਅਸੀਂ ਇਕੱਠੇ ਕੰਮ ਕਰਾਂਗੇ ਸੈਂਸਿਟਿਵ ਹੋ ਕੇ, ਇੱਕ ਦੂਸਰੇ ਨੂੰ ਇੱਕ ਸਮਾਨ ਸਮਝ ਕੇ, ਤਾਂ ਹੀ ਇੱਕ ਸਾਡਾ ਇੱਕ ਪੀਸਫੁਲ ਤੇ ਪ੍ਰੋਗਰੈਸਿਵ ਸਮਾਜ ਬਣੇਗਾ। ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ। ਆਪਾਂ ਸਾਰੇ ਜਾਣਦੇ ਹਾਂ ਕਿ ਕਿਸ ਤਰੀਕੇ ਨਾਲ ਜਿਹੜਾ ਹੈਗਾ ਸਮਾਂ ਕੱਢ ਕੇ ਸਾਡੇ ਮਹਿਮਾਨ ਆਏ, ਇਸ ਕਰਕੇ ਧੰਨਵਾਦ ਦੇ ਪਾਤਰ ਤਾਂ ਹਾਨੀ, ਪਰ ਨਾਲ ਵੱਡੇ ਮੁੱਦੇ ਤੇ ਚਰਚਾ ਕਿ ਆਖਰ ਕਿਉਂ ਸਾਡੇ ਦੇਸ਼ ਦੀਆਂ ਜਿਹੜੀਆਂ ਮਹਿਲਾ ਰੈਸਲਰ ਹੋਣ, ਚਾਹੇ ਦਿੱਲੀ ਦੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਹੋਵੇ, ਬਦਸਲੂਕੀ ਜ਼ਾਤੀ ਲਈ ਕਿਉਂ ਕਾਨੂੰਨ ਦੇ ਦਰਵਾਜ਼ੇ ਖੜਕਾਉਣੇ ਪੈਣ, ਕੀ ਇਹਦੇ ਲਈ ਸਰਕਾਰਾਂ ਹੀ ਜ਼ਿੰਮੇਵਾਰ ਹੈ ਜਾਂ ਸਮਾਜ 'ਚ ਜਾਗਰਤੀ ਦੀ ਜ਼ਰੂਰਤ ਹੈ? ਇਹਨਾਂ ਮੁੱਦਿਆਂ ਦੇ ਤੁਹਾਡੇ ਸਾਰਿਆਂ ਵੱਲੋਂ ਆਪਾਂ ਮਹਿਮਾਨਾਂ ਦੇ ਫਿਰ ਧੰਨਵਾਦੀ ਹਾਂ, ਅਤੇ ਨਾਲ ਹੀ ਤੁਹਾਡੇ ਕੋਲੋਂ ਵੀ ਲਵਾਂਗੇ ਇਜਾਜ਼ਤ। ਸਤਿ ਸ਼੍ਰੀ ਅਕਾਲ।